दुख निकंदन अमरदास गुर हृदय त्याम हृदय त्याम। श्री गुरु रामदास गुण गाम श्री गुरु रामदास गुण गाम। गुरु अर्जन विघ्नन के नाशक विघ्नन के नाशक। गुरु हर गोबिंद शुभ मत प्रकाशक शुभ मत प्रकाशक। गुरु हर राय नमो कर जोरी नमो कर। गुरु हर कृष्ण मनाए बहोरी मनाए। तेग बहादुर परम कृपाला जी परम कृपाला। गुरु गोबिंद सिंह विसाला गुरु गोबिंद सिंह। तरों तरापुर पुन पुन सीसा जी पुन बंदों बार बार जगदीशा बंदों बार जगदीशा। श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे श्री गुरु ग्रंथ साहिब पातशाह महाराज जी की पावन पवित्र हजूरी अंदर जुड़ बैठी गुरु प्यारी साध संगत जी। आपां श्री गुरु अमरदास महाराज जी के पावन जीवन की जो कथा है उस दे नाल सांझ पा रहे हाँ। कल तई आप जी ने ये श्रवण किया सी श्री गुरु अमरदास जी महाराज एक धेनवाल दे गवाले दे कोठे दे अंदर जाके बैठ गए हैं। दरवाजे नूं बंद किया होया है। संगत इकट्ठी होके बाबा बुढ़ा जी कोल जाती है क्योंकि बाबा बुढ़ा जी कोल ये वार है महाराज जी ने दिता तेथों ओले ना हो सन। इस करके संगत उत्थे जाती है। बाबा बुढ़ा साहब सी जिहड़ी संगत की बेनती है उन्होंने स्वीकार करते हैं अते अंतर ध्यान होके वेखते हैं गुरु जी कित्थे ने। अंतर ध्यानता दे विच उन्हां नूं पता लगता है पर वो सोचते ने अगर मैं किते संगत नूं इवें दस दिता ये फिर करामात होएगी और करामात विखाउणा कहर दा नाम है। इस करके वो करामात नहीं विखाउंदे। जिहड़ा दातू है सारा कुछ लुट के लै गया है। एक सुंदर घोड़ी है महाराज की जिहड़ी वो छड्ड गया। घोड़ी ने भाई दातू नूं उत्ते ना चढ़न दिता। पर बाबा बुढ़ा साहब जी कहते ने मैनूं वो घोड़ी दे दर्शन कराओ जिहड़ी गुरु साहब जी नूं इन्ना प्रेम करदी है। आओ हुण जिवें अगे वार्ता चलती है बड़े प्यार सत्कार दे नाल श्रवण करिए। कथा आरंभ करन तो पहला गुरु जी वल्लों बख्शे हुए गुरु मंत्र दे नाल सांझ पाइए। सतनाम श्री वाहेगुरु सतनाम श्री वाहेगुरु साहिब। दोहरा सुनी तुरंग
ਮੰਗਨ ਬਾਰਤਾ ਬੁੱਢੇ ਬਹੁ ਸੁਖ ਪਾਏ। ਜਦ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਘੋੜੀ ਦੀ ਵਾਰਤਾ ਸੁਣੀ, ਉਹ ਬੜੇ ਖੁਸ਼ ਹੋਏ, ਬੜਾ ਆਨੰਦ ਪ੍ਰਾਪਤ ਕਰ ਰਹੇ ਹਨ। ਇਹ ਅਸਵਾਰੀ ਗੁਰੂ ਕੀ ਅਜ਼ਮਤ ਜੋਤ ਦਰਸਾਏ। ਬਾਬਾ ਬੁੱਢਾ ਜੀ ਕਹਿੰਦੇ ਨੇ ਇਹ ਘੋੜੀ ਗੁਰੂ ਦੀ ਅਸਵਾਰੀ ਹੈ, ਔਰ ਮੈਨੂੰ ਇਵੇਂ ਲੱਗਦਾ ਹੈ ਇਹ ਸ਼ਕਤੀਆਂ ਦੇ ਨਾਲ ਭਰਪੂਰ ਹੈ। ਚੌਪਈ ਗੁਰ ਬਿਨ ਨਹੀਂ ਅਰੂਢਨ ਦੇਤ, ਜਾਂ ਤੇ ਸੋ ਤਜ ਗਇਓ ਨਿਕੇਤ। ਇਹ ਗੁਰੂ ਤੋਂ ਬਿਨਾ ਕਿਸੇ ਨੂੰ ਆਪਣੇ ਉੱਤੇ ਅਸਵਾਰ ਨਹੀਂ ਹੋਣ ਦਿੰਦੀ। ਇਸੇ ਕਰਕੇ ਜਿਹੜਾ ਭਾਈ ਦਾਤੂ ਹੈ ਉਸ ਨੂੰ ਛੱਡ ਗਿਆ ਹੈ। ਆਵੇਸ਼ ਕੋ ਕੀ ਜੈ ਸ਼ਿੰਗਾਰ, ਪ੍ਰਥਮ ਸਨਾਨ ਹੋ ਸੁੰਦਰ ਬਾਰ। ਇਸ ਕਰਕੇ ਤੁਸੀਂ ਸਾਰੇ ਜਣੇ ਹੁਣ ਇੱਕ ਵਾਰੀ ਇਸ ਘੋੜੀ ਦਾ ਸ਼ਿੰਗਾਰ ਕਰੋ ਔਰ ਇਸ ਨੂੰ ਇਸ਼ਨਾਨ ਕਰਾਵੋ। ਧੂਪ ਦੀਪ ਚੰਦਨ ਚਰਚਾਵੋ, ਫੂਲ ਵਿਸਾਲ ਮਾਲ ਪਹਿਰਾਵੋ। ਕਹਿੰਦੇ ਇਸ ਨੂੰ ਇਹਦੇ ਗਲ ਦੇ ਵਿੱਚ ਜਿਹੜੇ ਸੁੰਦਰ ਸੁੰਦਰ ਫੁੱਲ ਨੇ ਉਹ ਫੁੱਲਾਂ ਦੀ ਮਾਲਾ ਇਸ ਦੇ ਗਲ ਵਿੱਚ ਪਾਵੋ। ਪਾਏ ਬਸਤਨੀ ਸੁੰਦਰ ਸੀਨ, ਕਰ ਕਾ ਦੇਹੁ ਮੁਹਾਰ ਨਵੀਨ। ਕਹਿੰਦੇ ਇਹਦੇ ਮੁਖ ਦੇ ਵਿੱਚ ਨਵੀਂ ਲਗਾਮ ਪਾਓ ਅਤੇ ਇਹ ਉੱਤੇ ਜਿਹੜੀ ਨਵੀਂ ਕਾਠੀ ਹੈ ਉਸ ਨੂੰ ਪਾਉਣਾ ਕਰੋ। ਸੰਗਤ ਕਰਨੇ ਬੇਨਤੀ ਸਾਰੀ, ਤੋਰ ਦੇ ਹੋਵੇ ਚਲੇ ਅਗਾਰੀ। ਔਰ ਸਾਰੀ ਸੰਗਤ ਨੂੰ ਕਿਹਾ ਹੈ, ਕਹਿੰਦੇ ਇਹ ਘੋੜੀ ਨੂੰ ਚੰਗਾ ਤਿਆਰ ਕਰਕੇ ਇਹਨੂੰ ਛੱਡ ਦਿਓ। ਇਹ ਹੁਣ ਜਿੱਥੇ ਵੀ ਗੁਰੂ ਜੀ ਨੇ ਇਹ ਆਪਣੇ ਆਪ ਹੀ ਲੱਭ ਲਏਗੀ, ਕਿਉਂਕਿ ਇਹ ਗੁਰੂ ਸਾਹਿਬ ਜੀ ਦੀ ਬੜੀ ਪਿਆਰੀ ਹੈ, ਇਹ ਆਪਣੇ ਆਪ ਹੀ ਚੱਲ ਪਏਗੀ। ਸੰਗ ਸੰਗਤਾ ਗਮਨੇ ਪਾਛੇ, ਗੁਰ ਕੋ ਖੋਜ ਦੇਖਿਓ ਆਛੇ। ਸਾਰੀਆਂ ਸੰਗਤਾਂ ਇਹ ਘੋੜੀ ਦੇ ਪਿੱਛੇ ਪਿੱਛੇ ਚੱਲੋ। ਇਹ ਘੋੜੀ ਬੜੇ ਤਰੀਕੇ ਦੇ ਨਾਲ ਅੱਗੇ ਅੱਗੇ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਆਪ ਹੀ ਲੱਭ ਲਵੇਗੀ। ਰੇਤ ਕੋ ਬਾਕ ਮਾਨ ਸਭ ਲੀਨਾ, ਸਭ ਸਿੰਗਾਰ ਸਿੰਗਾਰਨ ਕੀਨਾ। ਜਿੰਨੀ ਵੀ ਉੱਥੇ ਸੰਗਤ ਹੈ ਸਾਰੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਵਾਕ ਮੰਨ ਲਿਆ। ਸਾਰੀ ਦੀ ਸਾਰੀ ਜਿੰਨੀ ਵੀ ਸੰਗਤ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਅਨੁਸਾਰ ਚੱਲ ਰਹੀ ਹੈ। ਦਈ ਛੋਰ ਪੁਰ ਵਹਿਰ ਤੁਰੰਗਨ, ਬਹੁ ਸੁੰਦਰ ਜੋ ਸਗਰੇ ਅੰਗਨ। ਸਾਰੇ ਸੰਗਤ ਨੇ ਇਕੱਠੇ ਹੋ ਕੇ ਉਹ ਘੋੜੀ ਨੂੰ ਤਿਆਰ ਕਰਕੇ ਨਗਰ ਤੋਂ ਬਾਹਰ ਛੱਡ ਦਿੱਤਾ। ਉਹ ਘੋੜੀ ਬੜੀ ਹੀ ਕਰਮਾਂ ਵਾਲੀ ਹੈ ਔਰ ਉਹਦੇ ਜਿਹੜੇ ਸਾਰੇ ਅੰਗ ਹਨ ਬਹੁਤ ਹੀ ਸੁੰਦਰ ਹਨ। ਸਨੇ ਸਨੇ ਚਲ ਸਹਿਜ ਸੁਭਾਏ, ਪੀਛੇ ਸਗਰੀ ਸੰਗਤ ਜਾਏ। ਘੋੜੀ ਹੁਣ ਹੌਲੀ ਹੌਲੀ ਤੁਰਦੀ ਹੈ, ਆਰਾਮ ਨਾਲ ਜਾ ਰਹੀ ਹੈ। ਸਾਰੀ ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਹੋਤੇ ਆਦਿਕ ਸਿੱਖ ਸਮੁਦਾਏ, ਅਵਲੋਕਤ ਬੜਵਾ ਬਿਸਮਾਏ। ਜਿਹੜੇ ਬਾਬਾ ਬੁੱਢਾ ਜੀ ਵਰਗੇ ਹੋਰ ਸੰਗਤ ਹੈ ਸਾਰੇ ਬੜੇ ਵੀ ਸਮਾਜ ਵਿੱਚ ਆਉਂਦੇ ਨੇ ਵੀ ਇਹ ਘੋੜੀ ਨੂੰ ਕਿੰਨੀ ਸਮਝ ਹੈ। ਗੁਰੂ ਤੇ ਮਨੁੱਖ ਨਹੀਂ ਲੱਭਦੇ, ਗੁਰੂ ਨੂੰ ਤੇ ਜਾਨਵਰ ਲੱਭ ਰਿਹਾ। ਉਹ ਅੱਗੇ ਅੱਗੇ ਚੱਲ ਰਹੀ ਹੈ, ਸਾਰੀ ਸੰਗਤ ਜਿਹੜੀ ਹੈ ਪਿੱਛੇ ਪਿੱਛੇ ਜਾ ਰਹੀ ਹੈ। ਕਿਤੇ ਹਰੇਖਾ ਉਚੋ ਕਰੈ, ਕਿਤੇ ਚੰਚਲਤਾ ਜੁਤ ਭਗਤ ਹੈ। ਕਿਤੇ ਕਿਤੇ ਜਾ ਕੇ ਘੋੜੀ ਹਿਣਕਦੀ ਹੈ ਉੱਚੀ ਉੱਚੀ ਆਵਾਜ਼ 'ਚ, ਜਿਵੇਂ ਘੋੜੀਆਂ ਹਿਣਕਦੀਆਂ ਨੇ, ਔਰ ਕਿਤੇ ਬੜੀ ਚੰਚਲਤਾ ਦੇ ਨਾਲ ਆਰਾਮ ਨਾਲ ਹੀ ਚੱਲ ਰਹੀ ਹੈ। ਕੇਤਕ ਦੂਰ ਦੇ ਕੋਸ਼ਟ ਦੇਖਾ, ਚਿਤਵੈ ਉਚੋ ਕੀ ਰੇਖਾ। ਉਹ ਘੋੜੀ ਨੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਕਹਿੰਦੇ ਘੋੜੀ ਆਰਾਮ ਆਰਾਮ ਨਾਲ ਅੱਗੇ ਚੱਲਦੀ ਰਹੀ, ਪਿੱਛੇ ਪਿੱਛੇ ਸੰਗਤ ਜਾ ਰਹੀ ਹੈ। ਕਿਤੇ ਕਿਤੇ ਉੱਚੀ ਆਵਾਜ਼ ਦੇ ਵਿੱਚ ਉਹ ਹਿਣਕਦੀ ਹੈ ਤੇ ਕਿਤੇ ਕਿਤੇ ਜਾ ਕੇ ਖਲੋ ਜਾਂਦੀ ਹੈ। ਬਹੁਰ ਅਗਾਰੀ ਕੀਨ ਭਿਆਨਾ, ਗਈ ਤਹਾਂ ਕੋਸ਼ਟ ਜਿਸ ਥਾਨਾ। ਅੱਗੇ ਜਾ ਕੇ ਉਹ ਖਲੋ ਗਈ ਹੈ ਤੇ ਉਹ ਜਿਹੜਾ ਕੋਠਾ ਜਿਸ ਦੇ ਵਿੱਚ ਮਹਾਰਾਜ ਜੀ ਬੈਠੇ ਹਨ ਉੱਥੇ ਪਹੁੰਚ ਗਈ ਹੈ। ਦੂਰ ਦੂਰ ਫਿਰ ਜਮ ਦੇਸ਼ ਤਾਹੀ, ਪੁਨ ਦਰ ਦੇਸ਼ ਗਮਨੀ ਹੋਏ ਪਾਹੀ। ਦੂਰ ਦੂਰ ਤੋਂ ਘੋੜੀ ਚੱਲ ਕੇ ਆ ਗਈ, ਪਰ ਜਿੱਥੇ ਹੀ ਉਹ ਕੋਠਾ ਵੇਖਿਆ ਉਤੋਂ ਅੱਗੇ ਨਹੀਂ ਜਾ ਰਹੀ ਹੈ। ਤਹਾਂ ਪਹੁੰਚ ਕਰ ਸੀਸ ਝੁਕਾਵਾ, ਪੁਨ ਉੱਚੇ ਹਨਾਟ ਸੁਣਾਵਾ। ਉਹ ਘੋੜੀ ਨੇ ਕਿੱਡੀ ਸਮਝਦਾਰ ਹੈ, ਜਾ ਕੇ ਉਹ ਜਿਹੜੇ ਕੋਠੇ 'ਚ ਮਹਾਰਾਜ ਬੈਠੇ ਉਹਨੂੰ ਨਮਸਕਾਰ ਕੀਤੀ ਤੇ ਬੜੀ ਉੱਚੀ ਆਵਾਜ਼ ਦੇ ਵਿੱਚ ਹਿਣਕਦੀ ਹੈ, ਮਾਨੋ ਐਵੇਂ ਕਹਿ ਰਹੀ ਹੈ ਵੀ ਗੁਰੂ ਜੀ ਇੱਥੇ ਬੈਠੇ ਨੇ। ਬੜੀ ਤੇਜ਼ ਆਵਾਜ਼ ਦੇ ਵਿੱਚ ਉਹ ਹਿਣਕ ਰਹੀ ਹੈ। ਸੰਗਤ ਦੇਖ ਦੇਖ ਵਿਸਮਾਵੈ, ਗਿਆਨਾ ਸਤਿਗੁਰ ਕਹੂੰ ਦਿਸਾਵੈ। ਸਾਰੀ ਸੰਗਤ ਵਿਸਮਾਦ ਵਿੱਚ ਆਈ। ਸੰਗਤ ਕਹਿੰਦੀ ਹੈ ਗੁਰੂ ਜੀ ਤੇ ਇੱਥੇ ਹੈ ਨਹੀਂ, ਪਰ ਇਹ ਇੱਥੇ ਕਿਉਂ ਖਲੋ ਗਈ ਹੈ। ਬੜਵਾ ਨਹਿ ਅਬ ਆਗੇ ਜਾਵਤ, ਜਨ ਲక్ష్ਮੀ ਇਤ ਵਿਸ਼ਨ ਬਤਾਵਤ। ਕਹਿੰਦੇ ਘੋੜੀ ਅੱਗੇ ਨਹੀਂ ਜਾ ਰਹੀ, ਇਵੇਂ ਲੱਗਦਾ ਹੈ ਕਿ ਜਿਵੇਂ ਲక్ష్ਮੀ ਵਿਸ਼ਨੂੰ ਦਾ ਪਤਾ ਦੱਸਦੀ ਹੁੰਦੀ ਹੈ। ਕਹਿੰਦੇ ਇਵੇਂ ਲੱਗਦਾ ਹੈ ਇਹ ਗੁਰੂ ਸਾਹਿਬ ਜੀ ਦਾ ਪਤਾ ਦੱਸ ਰਹੀ ਹੈ। ਰਾਜ ਸ਼੍ਰੀ ਪ੍ਰਭੂਤ ਕੁਜੰਤੀ, ਆਪ ਇਸ ਥਾਲ ਕੋ ਨਹੀਂ ਤਜੰਤੀ। ਹੁਣ ਇਹ ਇਸ ਥਾਂ ਨੂੰ ਨਹੀਂ ਛੱਡ ਰਹੀ, ਇਹਦਾ ਮਤਲਬ ਕੁਛ ਹੈ, ਇਹ ਘੋੜੀ ਕੋਈ ਦਿਸ਼ਾ ਨਿਰਦੇਸ਼ ਦੇ ਰਹੀ ਹੈ। ਵੇਖ ਬੁੱਢੇ ਸਭ ਕੋ ਸਮਝਾਇਓ, ਇਹ ਕੋਠਾ ਕਿਸ ਕੋ ਬਣਵਾਇਓ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਵੇਖਿਆ, ਉਹ ਸਾਰਿਆਂ ਨੂੰ ਕਹਿੰਦੇ ਵੀ ਇਹ ਕੋਠਾ ਕਿਸ ਨੇ ਬਣਵਾਇਆ, ਇਹਦੀ ਚਣਵਾਈ ਇਹਦੀ ਲਿਪਾਈ ਕਿਸ ਨੇ ਕਰਵਾਈ ਹੈ। ਦਰ ਦੇਖੋ ਨੇ ਪਈ ਆਹੀ, ਬੜਵਾ ਰਹੀ ਸਥਿਰ ਹੋਏ ਪਾਹੀ। ਕਹਿੰਦੇ ਇਹਦੇ ਤੋਂ ਅੱਗੇ ਜਾ ਕੇ ਉਹ ਜਾ ਨਹੀਂ ਰਹੀ ਘੋੜੀ, ਇਹ ਤੋਂ ਅੱਗੇ ਨਾ ਤੇ ਇਹਦਾ ਕੋਈ ਦਰਵਾਜ਼ਾ ਦਿਸਦਾ ਹੈ, ਮਹਾਰਾਜ ਨੇ ਦਰਵਾਜ਼ਾ ਬੰਦ ਕੀਤਾ ਹੋਇਆ ਹੈ। ਕਹਿੰਦੇ ਪਰ ਘੋੜੀ ਇਸ ਥਾਂ ਤੇ ਹੀ ਖੜੀ ਹੋ ਗਈ ਹੈ। ਪ੍ਰਥਮ ਪ੍ਰਕਰਨਾ ਇਸ ਕੀ ਕਰੀ, ਦੂਰ ਦੂਰ ਕਿਉਂ ਦਿਸ਼ ਮੈਂ ਫਿਰੀ। ਤੇ ਘੋੜੀ ਏਡੀ ਸਿਆਣੀ, ਇਹਨੇ ਪਹਿਲਾਂ ਕੋਠੇ ਦੀਆਂ ਪਰਿਕਰਮਾਵਾਂ ਕੀਤੀਆਂ ਨੇ, ਦੂਰ ਦੂਰ ਤੋਂ ਜਾ ਕੇ ਇਹਨੇ ਇਸ ਕੋਠੇ ਨੂੰ ਵੇਖਿਆ ਹੈ। ਸੀਸ ਝੁਕਾਏ ਬੰਦਨਾ ਠਾਨੀ, ਤੇਰੇ ਆਗਨ ਰਹੀ ਗੁਰੂ ਇਸ ਥਾਨੀ। ਕਹਿੰਦੇ ਸ਼ੀਸ਼ ਝੁਕਾ ਕੇ ਫਿਰ ਇਹਨੇ ਬੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਗੁਰੂ ਮਹਾਰਾਜ ਜੀ ਇੱਥੇ ਹੀ ਬੈਠੇ ਹਨ। ਤਬ ਕੋਸ਼ ਝੁਕੇ ਚੌਂ ਦਿਸ਼ ਫਿਰਿਓ, ਦਰ ਕੋ ਥਿਰਿਓ ਨਿਹਾਰਨ ਕਰਿਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਜਿਹੜਾ ਘਰ ਹੈ ਉਹਦੇ ਚਾਰੇ ਬੰਨੇ ਪਰਿਕਰਮਾ ਕੀਤੀ, ਵੇਖਦੇ ਨੇ ਵੀ ਇਹ ਕੋਠਾ ਕਿਹੋ ਜਿਹਾ ਹੈ, ਤੇ ਚਾਰੇ ਬੰਨੇ ਵੇਖ ਕੇ ਉਹਦਾ ਦਰਵਾਜ਼ਾ ਲੱਭ ਰਹੇ ਹਨ। ਅੱਖਰ ਲਿਖੈ ਦੇਖ ਕਰ ਕਹਿਓ, ਸਭ ਆਵੋ ਇੱਕ ਪਤਾ ਸੁਲਹਿਓ। ਫਿਰ ਉਹਨਾਂ ਨੇ ਵੇਖਿਆ ਬਾਹਰ ਦੀਵਾਰ ਤੇ ਅੱਖਰ ਲਿਖੇ ਹੋਏ ਸੀ ਵੀ ਜਿਹੜਾ ਇਹਨੂੰ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ। ਜਦੋਂ ਇਹ ਅੱਖਰ ਵੇਖੇ, ਬਾਬਾ ਬੁੱਢਾ ਸਾਹਿਬ ਜੀ ਨਾਲੋਂ ਨਾਲ ਜਿੰਨੇ ਵੀ ਨਾਲ ਸੰਗੀ ਸਾਥੀ ਨੇ ਸਾਰਿਆਂ ਨੂੰ ਕਹਿੰਦੇ ਆ ਜਾਓ ਬਈ ਪਤਾ ਲੱਭ ਗਿਆ। ਸਾਰਿਆਂ ਨੂੰ ਕਹਿੰਦੇ ਹਨ ਇਹ ਅੱਖਰਾਂ ਨੂੰ ਵੇਖਣਾ ਕਰੋ। ਗੁਰੂ ਹਾਥ ਕੀ ਲਿਖਤ ਦਿਖੀਜੈ, ਮੈਂ ਆਪ ਪੜ੍ਹਿਓ ਸਰਬ ਸੁਣੀਜੈ। ਕਹਿੰਦੇ ਇਹ ਜਿਹੜੇ ਅਕਸ਼ਰ ਨੇ ਗੁਰੂ ਸਾਹਿਬ ਜੀ ਦੇ ਹੱਥ ਦੇ ਲਿਖੇ ਹੋਏ ਨੇ, ਔਰ ਮੈਂ ਇਹਨਾਂ ਨੂੰ ਹੁਣ ਪੜ੍ਹਦਾ ਹਾਂ, ਤੁਸੀਂ ਸਾਰੇ ਇਹਨਾਂ ਨੂੰ ਸੁਣਨਾ ਕਰੋ। ਗਏ ਧਾਏ ਤਿਸ ਦੇਖਿਓ ਜਾਏ, ਪਾਠ ਅੱਖਰ ਸੋ ਬ੍ਰਿਧ ਸੁਣਾਏ। ਸਾਰੇ ਜਣੇ ਭੱਜ ਕੇ ਗਏ ਵੀ ਵੇਖਦੇ ਆ, ਕਿਉਂਕਿ ਬੜੇ ਦਿਨਾਂ ਤੋਂ ਵਿਆਕੁਲ ਨੇ। ਜਿਵੇਂ ਕਿਸੇ ਮਨੁੱਖ ਦੀ ਕੋਈ ਚੀਜ਼ ਗੁੰਮ ਹੋ ਜਾਏ
ਤੇ ਉਹਨੂੰ ਕੋਈ ਥੋੜ੍ਹਾ ਜਿਹਾ ਥਾਂ ਟਿਕਾਣਾ ਪਤਾ ਲੱਗੇ ਮਨੁੱਖ ਖੁਸ਼ ਹੋ ਜਾਂਦਾ ਹੈ। ਜਿਵੇਂ ਕਿਸੇ ਦਾ ਕੋਈ ਐਸੀ ਚੀਜ਼ ਗੁੰਮ ਹੋ ਜਾਏ ਔਰ ਕਹਿ ਦੇ ਵੀ ਇੱਥੇ ਮੈਂ ਕੱਲ ਵੇਖੀ ਸੀ, ਮਨੁੱਖ ਸੋਚਦਾ ਵਾਕਿਆ 'ਚ ਇਹਨੂੰ ਪਤਾ ਹੋਏਗਾ। ਥੋੜ੍ਹਾ ਜਿਹਾ ਖੁਸ਼ੀ ਦਾ ਚਿੰਨ੍ਹ ਉਹਦੇ ਚਿਹਰੇ 'ਤੇ ਆ ਜਾਂਦੇ ਨੇ। ਐਵੇਂ ਸਿੱਖਾਂ ਸੋਚਿਆ ਗੁਰੂ ਸਾਹਿਬ ਜੀ ਦੇ ਹੱਥ ਦੇ ਲਿਖੇ ਅੱਖਰ ਨੇ, ਉਹਨਾਂ ਨੂੰ ਵੇਖਦੇ ਅਨੁਸਾਰ ਜਦੋਂ ਵੇਖਿਆ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਆਏ ਆਦਰ ਪਾਰੇ ਜੋ ਹਮਨੇ ਗੁਰੂ ਸਿੱਖ ਨੇ ਸੋ। ਉਹਨਾਂ ਨੇ ਫਿਰ ਪੜ੍ਹ ਕੇ ਸੁਣਾਇਆ ਵੀ ਗੁਰੂ ਜੀ ਤੇ ਇਹ ਲਿਖ ਕੇ ਅੰਦਰ ਗਏ ਨੇ, ਜੇ ਕਿਸੇ ਨੇ ਦਰਵਾਜ਼ਾ ਪਾੜ ਦਿੱਤਾ ਅਸੀਂ ਉਹਦੇ ਸਿੱਖ, ਅਸੀਂ ਉਹਦੇ ਗੁਰੂ ਨਹੀਂ ਤੇ ਉਹ ਸਾਡਾ ਸਿੱਖ ਨਹੀਂ। ਇਹ ਜਦੋਂ ਇੱਕ ਅੱਖਰ ਸਾਰਿਆਂ ਨੇ ਸੁਣੇ ਹਨ। ਹਲਤ ਪਲਤ ਮਹਿ ਨਹੀਂ ਸਹਾਈ ਜੋ ਆਏ ਸਕੋ ਦੇ ਮਿਟਾਈ। ਜੋ ਸਾਡੀ ਆਗਿਆ ਨੂੰ ਨਹੀਂ ਮੰਨੇਗਾ ਉਹਨੂੰ ਨਾ ਇਸ ਲੋਕ ਵਿੱਚ ਢੋਈ ਮਿਲਣੀ ਹੈ ਨਾ ਪਰਲੋਕ ਵਿੱਚ ਮਿਲਣੀ। ਐਸੇ ਕਰੜੇ ਬੋਲ ਮਹਾਰਾਜ ਜੀ ਨੇ ਲਿਖੇ ਹਨ। ਸੁਨ ਸੰਗਤ ਸਗਰੀ ਬਿਸਮਾਨੀ ਕਿਨਹੁ ਕਹੀ ਜਾਏ ਨਹੀਂ ਬਾਨੀ। ਸਾਰੀ ਸੰਗਤ ਸੁਣ ਕੇ ਹੈਰਾਨ ਹੋਈ ਤੇ ਕੋਈ ਵੀ ਬਚਨ ਮੁਖ ਚੋਂ ਨਹੀਂ ਬੋਲਦੇ, ਕਿਉਂਕਿ ਗੱਲ ਇਹ ਹੈ ਗੁਰੂ ਸਾਹਿਬ ਜੀ ਮਹਾਰਾਜ ਹੁਣ ਜਿਹੜਾ ਬਚਨ ਕਰ ਦੇਣ, ਸਿੱਖ ਦਾ ਫਰਜ਼ ਨਹੀਂ ਗੁਰੂ ਦੇ ਅੱਗੋਂ ਬੋਲਣਾ ਜਾਂ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਟਾਲਣਾ, ਪਰ ਦਰਸ਼ਨ ਵੀ ਕਰਨੇ ਨੇ ਔਰ ਇਹ ਬਚਨ ਵੀ ਰੱਖਣੇ ਨੇ। ਐਸੀ ਕੋਈ ਤਰਕੀਬ ਬਣਾਉਣੀ ਪਏਗੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਆਉਂਦਾ ਹੈ ਕਰਤਾਰਪੁਰ ਸਾਹਿਬ ਦੇ ਵਿੱਚ, ਜਿਸ ਦਿਨ ਮਹਾਰਾਜ ਜੀ ਨੇ ਸ਼ਿਕਾਰੀਆਂ ਵਾਲਾ ਰੂਪ ਬਣਾਇਆ, ਮਹਾਰਾਜ ਜੀ ਅੱਗੇ ਅੱਗੇ ਜਾ ਰਹੇ ਨੇ, ਅੱਗੇ ਅੱਗੇ ਮਹਾਰਾਜ ਜੀ ਦੇ ਜਾਨਵਰ ਨੇ, ਸਾਰੀ ਸੰਗਤ ਪਿੱਛੇ ਪਿੱਛੇ ਹੈ। ਜਿਹੜਾ ਪਿੱਛੇ ਆਉਂਦਾ ਮਹਾਰਾਜ ਉਹਨੂੰ ਹੀ ਡੰਡਾ ਮਾਰ ਦਿੰਦੇ ਨੇ, ਜਾਓ ਪਿੱਛੇ ਬਸ। ਮਹਾਰਾਜ ਪ੍ਰੀਖਿਆ ਲੈਂਦੇ ਨੇ ਸਿੱਖਾਂ ਦੀ, ਜਿਹੜਾ ਵੀ ਆਉਂਦਾ ਉਹਨੂੰ ਹੀ ਡੰਡਾ ਮਾਰਦੇ ਨੇ। ਜਿਹੜੇ ਤੇ ਹੁਣ ਕੱਚੇ ਨੇ ਉਹ ਤੇ ਮੁੜ ਜਾਂਦੇ ਨੇ ਵਾਪਸ। ਕਈ ਵਾਰੀ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਹੀ ਲੈਣ ਲੱਗੇ ਨਾ, ਥੋੜ੍ਹਾ ਜਿਹਾ ਚੱਲੇ ਮਾਰਗ ਤੇ, ਉਹਨੂੰ ਕਈ ਵਾਰੀ ਮੁਸ਼ਕਲਾਂ ਵੀ ਆ ਜਾਂਦੀਆਂ ਨੇ। ਹੁਣ ਮਨੁੱਖ ਸੋਚਦਾ ਵੀ ਇਹ ਜਿਹੜੀਆਂ ਮੁਸ਼ਕਲਾਂ ਆਈਆਂ ਨੇ, ਮੈਂ ਤੇ ਨਾਮ ਜਪ ਰਿਹਾ ਤੇ ਮੁਸ਼ਕਲਾਂ ਆ ਰਹੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਮੁਸ਼ਕਲਾਂ ਨਾਮ ਕਰਕੇ ਆ ਰਹੀਆਂ ਨੇ, ਸਗੋਂ ਕੱਟੀਆਂ ਜਾ ਰਹੀਆਂ ਨੇ। ਜੇ ਕਿਤੇ ਗੁਰੂ ਦੇ ਮਾਰਗ 'ਤੇ ਚੱਲਦਿਆਂ, ਪਰਮਾਤਮਾ ਦੇ ਮਾਰਗ 'ਤੇ ਚੱਲਦਿਆਂ ਮੁਸ਼ਕਲਾਂ ਆਉਂਦੀਆਂ ਨੇ, ਇਹਦਾ ਕਾਰਨ ਇਹ ਹੈ ਪਰਮਾਤਮਾ ਉਹਨੂੰ ਆਪਣੇ ਨੇੜੇ ਲਾਉਣਾ ਚਾਹੁੰਦਾ ਹੈ, ਉਹਦੇ ਨਾਲ ਪ੍ਰੇਮ ਕਰਦਾ ਹੈ। ਕਈ ਵਾਰੀ ਮਨੁੱਖ ਸ਼ੁਰੂ 'ਚ ਹੀ ਮੁਸ਼ਕਲਾਂ ਆ ਜਾਣ, ਵਿਸ਼ਵਾਸ ਟੁੱਟ ਜਾਂਦਾ। ਹੁਣ ਜਿਹੜੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਪਿੱਛੇ ਜਾਂਦੇ ਨੇ, ਮਹਾਰਾਜ ਅੱਗੋਂ ਡੰਡਾ ਮਾਰਦੇ ਨੇ, ਇੱਕ ਦੋ ਮਾਰਦੇ ਨੇ, ਭੱਜ ਜਾਂਦੇ ਨੇ ਵਾਪਸ। ਮਹਾਰਾਜ ਅੱਗੇ ਅੱਗੇ ਤੁਰੇ ਔਰ ਮਹਾਰਾਜ ਨੇ ਕਿਹਾ ਸਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ, ਆਪਣੇ ਆਪਣੇ ਘਰ ਹੀ ਮੁੜ ਜਾਓ। ਮਹਾਰਾਜ ਕਹਿੰਦੇ ਜੰਗਲ ਦੇ ਵਿੱਚ ਅੱਗੇ ਅੱਗੇ ਤੁਰੇ ਗਏ। ਅੱਗੇ ਮਹਾਰਾਜ ਜੀ ਨੇ ਐਸੀ ਕਲਾ ਵਰਤਾਈ, ਅੱਗੇ ਚਾਂਦੀਆਂ ਦੇ ਸਿੱਕਿਆਂ ਦੇ ਢੇਰ। ਹੁਣ ਜਿਹੜੇ ਵੇਖਿਆ ਕੱਚੇ ਸੀ, ਹਜੇ ਉਹਨੇ ਸੋਚਿਆ ਵੀ ਚਾਂਦੀ ਤੇ ਮਿਲ ਗਈ ਹੈ, ਮੁੜੋ ਵਾਪਸ। ਥੋੜ੍ਹੇ ਸੋਚਦੇ ਨਹੀਂ ਗੁਰੂ ਬਹੁਤ ਜ਼ਰੂਰੀ ਹੈ, ਚਾਂਦੀ ਨਹੀਂ ਲੈਣੀ, ਸਾਨੂੰ ਗੁਰੂ ਚਾਹੀਦਾ ਹੈ। ਅੱਗੇ ਜੀ ਗਏ, ਸੋਨਾ ਮਿਲ ਗਿਆ। ਹੁਣ ਜਿਹੜੇ ਕਹਿੰਦੇ ਗੁਰੂ ਜ਼ਰੂਰੀ ਹੈ, ਉਹ ਸੋਨੇ ਨੂੰ ਲੈ ਕੇ ਵਾਪਸ ਮੁੜ ਗਏ। ਹੁਣ ਕਹਿੰਦੇ ਨਹੀਂ ਸੋਨੇ ਦਾ ਕੀ ਰੇਟ ਹੈ, ਅਸੀਂ ਅੱਗੇ ਤੁਰ ਗਏ। ਅੱਗੇ ਜਾ ਕੇ ਵੇਖਿਆ ਹੀਰੇ ਮਿਲੇ, ਕਈ ਹੀਰੀਆਂ ਨੂੰ ਲੈ ਕੇ ਵਾਪਸ ਮੁੜ ਗਏ। ਹੁਣ ਅੰਤ ਦੇ ਵਿੱਚ ਰਹਿ ਗਏ ਨੇ ਦੋ ਜਣੇ, ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ, ਭਾਵ ਗੁਰੂ ਅੰਗਦ ਸਾਹਿਬ ਜੀ। ਮਹਾਰਾਜ ਜੀ ਨੇ ਜਾ ਕੇ ਫਿਰ ਮਹਾਰਾਜ ਜੀ ਨੇ ਡੰਡਾ ਮਾਰਿਆ ਭਾਈ ਲਹਿਣਾ ਜੀ ਨੂੰ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਲਹਿਣਿਆ ਜਾਂਦਾ ਨਹੀਂ ਵਾਪਸ। ਉਹ ਕਹਿੰਦੇ ਨੇ ਮਹਾਰਾਜ ਮੈਨੂੰ ਉਹ ਥਾਂ ਤੇ ਦੱਸ ਜਿੱਥੇ ਮੈਂ ਜਾਵਾਂ, ਕਿਉਂਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਇਹ ਗੁਰੂ ਜੀ ਮੈਂ ਦੁਨੀਆ ਦੀਆਂ ਇੱਛਾਵਾਂ, ਦੁਨੀਆ ਦੇ ਆਸਰੇ, ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਤੇਰਾ ਦਵਾਰ ਫੜਿਆ। ਮੈਨੂੰ ਤੇ ਦੁਨੀਆ ਕਦੋਂ ਦੀਆਂ ਗੱਲਾਂ ਕਰ ਰਹੀ ਹੈ ਵੀ ਛੱਡ ਦੇ ਇਹਨੂੰ, ਬੜਾ ਲੰਮਾ ਸਮਾਂ ਹੋ ਗਿਆ ਤੇਰੇ ਦਰਵਾਜ਼ੇ ਨੂੰ ਫੜਿਆ। ਇਹ ਸਾਹਿਬ ਮੇਰੇ ਕੋਲ ਹੁਣ ਕੋਈ ਦਰਵਾਜ਼ਾ ਨਹੀਂ ਹੈ ਜਿਹਦੇ ਤੇ ਮੈਂ ਜਾ ਕੇ ਖਲੋ ਸਕਾਂ। ਹੁਣ ਮੇਰੇ ਕੋਲ ਕੋਈ ਐਸਾ ਦਰ ਨਹੀਂ ਜਿਹਦੇ ਤੇ ਮੈਂ ਬਹਿ ਜਾਵਾਂਗਾ, ਕਿਉਂਕਿ ਸਾਰੇ ਦਰਵਾਜ਼ਿਆਂ ਨੂੰ ਛੱਡ ਕੇ ਤੇਰਾ ਦਰਵਾਜ਼ਾ ਫੜਿਆ ਹੈ।
ਹੁਣ तो साहब भावें मारना है मार लै, जिवाना है जिवा लै। महाराज बाणी जी भी कहते ने हम तन दियो है ढार, हे गुरु आपां ते तन तेरे लेखे ला दिता है, हुण मारना है मार लै, जिवाना है जिवा लै। दुख देने ने दुख सही, सुख देने ने सुख। जिन्हों भगत कहते ने जो राज देहे तां कवन वडाई, जो भीख मंगाए तां क्या घट चाई। ये सीधा भगत रब नूं ही गल कर देंदे ने। ये परमात्मा जे राज देगा मेरी की वडियाई है, लोकां कहना रब दा भगत तेरी ही वडियाई है। जे वाहिगुरू भीख मंगाएगा मेरा घटना कुछ नहीं, लोकां कहना रब दा ही भगत है। इस करके गुरु दे कहे हुए बोलां ते कई बारी गुरु गुस्से विच भी आके कोई वचन कहंदा है, उहदे विच भी सिख दा भला ही हुंदा है, उहदे विच भी वह भला ही कर रहा हुंदा है साध संगत। पर कई बारी गुरु दे गुस्से नूं जिहड़े कच्चे हुंदे ने फटाफट छड़ जांदे ने। माड़ा जिहा दुख आए, मनुख परमात्मा की बंदगी कर रहा, माड़ा जिहा दुख आए नाल ही नाल छड्ड देगा। चलो बंदगी कीतियां भी दुख मिलने ने, पर नहीं साध संगत। ज्यों ज्यों मनुख बंदगी करता है ये सुखां दी खेती बीज रहा हुंदा है। हुण जदों जिमीदार खेती बीजे कितनी मेहनत लगती है, कितना उहदा पसीना चौंदा है, कितनी मेहनत है खेती बीजण। शुरू शुरू दे विच नहीं ना फायदा मिलता। हुण गुरु अंगद साहब जी ने कहा गुरु नानक साहब नूं, महाराज सगल द्वार को छाड़ कै गहियो तुहारो द्वार, पाए गहे की लाज अस गोबिंद दास तुहार। महाराज कहते अच्छा एडा वड्डा सेवक है, फिर डंडा मारिया। कहते जे एडा वड्डा सेवक है ना, आ कपड़े थले ना चिट्टा कपड़ा पिया सी जंगल विच, इहदे थले मुर्दा पिया है, इनू खा। ये उत्तों भी वड्डी प्रीख्या गुरु के सामने, एक सिख के सामने किड्डी वड्डी प्रीख्या है। कहते जे तू एडा ही वड्डा है ना, सारे कहना सारे द्वारे छड्ड दिते ने। कई बारी मनुख उत्तों उत्तों कह दिंदा है, हे परमात्मा मेरी तो आस ही तू है। तो जे किते परमात्मा टेस्ट ले ले ना, पहले दर्जे ते फेल हो जाता है। बाबा बाबा लैणा जी की कहते ने, भाई लैणा जी कहते ने, हे गुरु नानक साहब ये दसो खावां किहड़े बन्नों, सिर वाले बन्नों कि पैरां वाले बन्नों। महाराज खुश तो होए होणगे भी ये सेवक अपड़िया होया है। एवें नहीं साध संग गुरता गद्दी मिलती, गुरु दा हो के मरना पैंदा है। पहला मारना पैंदा है अपने आप। मुर्दा होए मरीद ना गल्ली होवना, ये गल्लां बातां दी सिक्खी नहीं है। अपने विचारां नूं मारना पैंदा है, अपनियां इच्छावां नूं मारना पैंदा है। एक बारी जदों मुर्दा हुंदा ना साध संगत, मुर्दे दी इच्छा कोई नहीं हुंदी। मुर्दे नूं जिधर नूं सुटोगे उधर डिग जाएगा, वह हाथ उत्ते चोंगे उत्ते हो जाएगा। हुण गुरु सिख दा हाथ कहे उत्ते नूं कर ला उत्ते कर ले, कोई थल्ले डिग जा थल्ले डिग जा, जिवें कहे उवें करना पैंदा है। ने महाराज पैरां वाले बन्नों लगा, इन्हें पैरां वाले बन्नों लग। जदों लगे कपड़ा चुकिया, वो मुर्दा नहीं सी, वो प्रसाद सी थल्ले। महाराज जी ने गल नाल ला लिया, कहते लैणिया तू परीक्षा च पास हो गया। गुरु परीक्षा तो मनुख की लैंदा है। कहते अज तो तू लैना नहीं, अंगद है, मेरे अंग दे नाल अंग जुड़िया, तू अंगद है अज तू लैना नहीं रहा। सो साध संगत गुरु दे वर्गा बनना, गुरु की आग्या च इन्ना चलना पैंदा है। जे जिंदगी च मरतबे हासिल करने ने वड्डे, जे जिंदगी दे विच कुछ हासिल करना है, ये दुनिया तो कुछ खट के लै जाना है, फिर जो गुरु कहे सोई भल मानो। गुरु कहता नाम जप, फिर जपना है। और बाणी कहती है दिन सरात आराध्य हो प्यारो, निमख ना कीजे ढीला। अपनी जीभ नाल महाराज कहते तू जपी चल रब दा नां, एक सैकंड भी ढीला ना कर। हुण एडा हुक्म कौन मन्ने। हुण इस करके बाबा बुढ़ा साहब जी कहते ने, महाराज जी ने बचन तो बड़े करड़े लिखे ने, पर हुण इन्हां बचनां नूं भी पालना है, ते नाल दी नाल गुरु दे दर्शन भी करने हैं।
आन गुरु की उलांघ न सकई हरे परस्पर मुख को तकई। ਕਹਿੰਦੇ ਹੁਣ ਗੁਰੂ ਦੇ ਹੁਕਮ ਦੀ ਉਲੰਘਣਾ ਵੀ ਨਹੀਂ ਕਰਨੀ। ਜੇ ਉਲੰਘਣਾ ਵੀ ਨਹੀਂ ਕਰਨੀ ਦਰਸ਼ਨ ਕਿਵੇਂ ਹੋਣ? ਫਿਰ ਹੁਣ ਇਹਨੂੰ ਜਾਂ ਤੇ ਤੋੜਾਂਗੇ ਤੇ ਤਾਂ ਹੀ ਦਰਸ਼ਨ ਹੋਣਗੇ। ਪ੍ਰਸਾਦ ਸੰਗਤ ਗੁਰਬਾਣੀ ਕਹਿੰਦੀ ਹੈ ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਜਿਹੜੇ ਜਗਿਆਸੂ ਹੁੰਦੇ ਨੇ ਗੁਰੂ ਦੇ ਰਾਹ ਤੇ ਤੁਰਦੇ ਨੇ ਪਰਮੇਸ਼ਰ ਦੀ ਬੰਦਗੀ 'ਚ ਤੁਰਦੇ ਨੇ ਸਾਧ ਸੰਗਤ, ਉਹਨਾਂ ਦੀ ਮੱਤ ਬੜੀ ਉੱਚੀ ਹੋ ਜਾਂਦੀ ਹੈ। ਹੁਣ ਸਾਰੀ ਸੰਗਤ ਇੱਕ ਦੂਜੇ ਦੇ ਮੂੰਹ ਵੱਲ ਵੇਖਦੀ ਹੈ ਕਿ ਹੁਣ ਅਸੀਂ ਅੰਦਰ ਵੀ ਨਹੀਂ ਜਾ ਸਕਾਂਗੇ। ਜਾਨੀ ਜਾਏ ਜੁਗਤ ਨਹੀਂ ਕੋਈ ਜਿਸ ਤੇ ਦਰਸ ਗੁਰੂ ਕੋ ਹੋਈ। ਹੁਣ ਸਾਰੇ ਇਕੱਠੀ ਹੋ ਗਈ ਸੰਗਤ, ਕਹਿੰਦੇ ਭਾਈ ਕੋਈ ਐਸੀ ਜੁਗਤ ਤੇ ਬਣਾਓ ਜਿਹਦੇ ਨਾਲ ਹੁਣ ਦਰਸ਼ਨ ਵੀ ਹੋਣ ਤੇ ਗੁਰੂ ਦੀ ਗੱਲ ਵੀ ਪਤਾ ਲੱਗ ਜਾਏ, ਗੁਰੂ ਸਾਹਿਬ ਦੇ ਦਰਸ਼ਨ ਵੀ ਹੋ ਜਾਣ ਤੇ ਗੁਰੂ ਸਾਹਿਬ ਦਾ ਹੁਕਮ ਵੀ ਰਹਿ ਜਾਵੇ। चिंतमान है करतब सारे चरण वृद की बाग उचारे। ਸਾਰੇ ਫਿਰ ਫਿਕਰਮੰਦ ਹੋ ਗਏ। ਸਾਰੇ ਫਿਰ ਬਾਬੇ ਬੁੱਢਾ ਸਾਹਿਬ ਨੂੰ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਬ੍ਰਹਮ ਗਿਆਨੀ ਹੋ, ਇੱਥੋਂ ਤੇ ਵੀ ਤੁਸੀਂ ਲੈ ਕੇ ਆਏ ਹੋ, ਦਰਸ਼ਨ ਵੀ ਤੁਸੀਂ ਕਰਾਓਗੇ। ਕਿਉਂਕਿ ਸਾਧ ਸੰਗਤ ਜਿਹੜਾ ਮਨੁੱਖ ਗੁਰੂ ਦੇ ਰਾਹ ਤੇ ਤੁਰਿਆ ਹੈ, ਗੁਰੂ ਦੇ ਨਾਲ ਚੱਲਦਾ ਪਿਆ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਉਹ ਗੁਰੂ ਦੀਆਂ ਰਮਜ਼ਾਂ ਨੂੰ ਜਾਣ ਲੈਂਦਾ ਹੈ। ਉਹ ਗੁਰੂ ਦੀ ਕਹੀ ਹੋਈ ਗੱਲ ਨੂੰ ਸਮਝਦਾ ਹੈ, ਗੁਰੂ ਕਿਹੜੇ ਤਰੀਕੇ ਨਾਲ ਕਹਿੰਦਾ। ਜਿਵੇਂ ਆਪ ਜੀ ਨੂੰ ਕਈ ਵਾਰੀ ਕਿਹਾ ਹੈ, ਕਈ ਵਾਰੀ ਅੱਗੇ ਆਪਾਂ ਵਾਰਤਾ ਸਾਂਝੀ ਕੀਤੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਉਹ ਮਾਈ ਆਉਂਦੀ ਹੈ, ਮਹਾਰਾਜ ਉਹਨੂੰ ਕਹਿੰਦੇ ਨੇ, ਮਾਈ ਕਹਿੰਦੀ ਮਹਾਰਾਜ ਪੁੱਤਰ ਚਾਹੀਦਾ ਹੈ। ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਹੀ ਹੈ ਨਹੀਂ। ਉਹ ਕਈ ਵਾਰੀ ਜਾਂਦੀ ਰਹੀ, ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਹੀ ਹੈ ਨਹੀਂ, ਕਿੱਥੋਂ ਆਏ ਪੁੱਤਰ। ਫਿਰ ਇੱਕ ਦਿਨ ਜਾ ਰਹੀ ਸੀ, ਪਰੇਸ਼ਾਨ ਸੀ, ਕੋਈ ਗੁਰੂ ਦਾ ਸਿੱਖ ਗੁਰੂ ਦੇ ਕੋਲ ਹੀ ਰਹਿੰਦਾ ਹੋਏਗਾ, ਜਿਹੜਾ ਗੁਰੂ ਦੀ ਗੱਲ ਨੂੰ ਸਮਝਦਾ ਹੋਏਗਾ, ਜਿਹਨੂੰ ਪਤਾ ਹੋਏਗਾ ਗੁਰੂ ਕਿੱਡੀ ਵੱਡੀ ਮਹਾਨ ਸ਼ਖਸੀਅਤ ਹੈ। ਕਹਿੰਦਾ ਬੀਬੀ ਪਰੇਸ਼ਾਨ ਬੜੀ ਹੈ, ਗੱਲ ਕੀ ਹੈ? ਕਹਿੰਦੇ ਸਾਹਿਬ ਨੂੰ ਬੇਨਤੀ ਕਰਦੀਆਂ, ਸਾਹਿਬ ਕਹਿ ਦਿੰਦੇ ਤੇਰੀ ਕਿਸਮਤ ਵਿੱਚ ਹੀ ਹੈ ਨਹੀਂ। ਕਹਿੰਦੇ ਬੀਬੀ ਤੈਨੂੰ ਇਹ ਨਹੀਂ ਪਤਾ ਕਿਸਮਤਾਂ ਲਿਖਣ ਵਾਲਾ ਵੀ ਤੇ ਗੁਰੂ ਹੀ ਹੈ, ਤੂੰ ਗੁਰੂ ਨੂੰ ਜਾ ਕੇ ਕਹੀਂ ਜੇ ਪਹਿਲਾਂ ਨਹੀਂ ਲਿਖਿਆ ਹੁਣ ਲਿਖ ਦੋ। ਬੀਬੀ ਖੁਸ਼ ਹੋ ਕੇ ਵੀ ਇਹ ਤਰੀਕਾ ਹੁਣ ਮਿਲ ਗਿਆ। ਅਗਲੇ ਦਿਨ ਫੇਰ ਗਈ ਦਰਬਾਰ 'ਚ, ਮਹਾਰਾਜ ਕਹਿੰਦੇ ਬੀਬੀ ਫੇਰ ਆ ਗਈ ਹੈ, ਤੈਨੂੰ ਪਹਿਲਾਂ ਕਿਹਾ ਤੇਰੀ ਕਿਸਮਤ ਵਿੱਚ ਹੈ ਨਹੀਂ, ਤੇਰੇ ਭਾਗਾਂ 'ਚ ਨਹੀਂ ਲਿਖਿਆ। ਹੱਥ ਜੋੜ ਕੇ ਕਹਿੰਦੀ ਸਾਹਿਬ ਪਹਿਲਾਂ ਨਹੀਂ ਲਿਖਿਆ ਹੁਣ ਲਿਖ ਦੋ, ਲਿਖਣ ਵਾਲੇ ਵੀ ਤੇ ਤੁਸੀਂ ਹੋ। ਮਹਾਰਾਜ ਹੱਸ ਪਏ, ਕਹਿੰਦੇ ਤੂੰ ਇਹ ਦੱਸ ਤੈਨੂੰ ਇਹ ਕਿਹਨੇ ਦੱਸਿਆ ਵੀ ਮੈਂ ਲਿਖਣ ਵਾਲਾ? ਇਹ ਦੱਸ, ਇਹ ਜੁਗਤੀ ਤੈਨੂੰ ਕਿਹਨੇ ਦੱਸੀ ਹੈ ਕਿ ਇਹ ਜੁਗਤੀ ਨਾਲ ਹੀ ਮੁਕਤੀ ਹੈ? ਮਹਾਰਾਜ ਕਹਿੰਦੇ ਲਿਆਓ ਬਈ ਪੈਨ ਕਾਪੀ ਲਿਆਓ। ਮਹਾਰਾਜ ਘੋੜੀ ਤੇ ਚੜ੍ਹਨ ਲੱਗੇ, ਘੋੜੇ ਤੇ ਬਹਿਣ ਲੱਗੇ, ਸਿੱਖ ਪੈਨ ਕਾਪੀ ਲੈ ਕੇ ਆਏ, ਉਹ ਇੱਕ ਲਿਖਣ ਲੱਗੇ 7 ਪੈ ਗਿਆ। ਉਹ ਮਾਈ ਦੇ ਘਰ 7 ਪੁੱਤਰ ਹੋਏ। ਮਤਲਬ ਇੱਥੋਂ ਪਤਾ ਲੱਗਦਾ ਹੈ ਗੱਲ ਜੁਗਤੀ ਦੀ ਹੈ। ਕਿਉਂਕਿ ਸਾਧ ਸੰਗਤ ਜਿਨ੍ਹਾਂ ਦਾ ਪ੍ਰੇਮ ਬਣ ਜਾਂਦਾ ਨਾ ਪਰਮੇਸ਼ਰ ਨਾਲ, ਉਹ ਤੇ ਪਰਮੇਸ਼ਰ ਨੂੰ ਮਜ਼ਾਕ ਵੀ ਕਰ ਲੈਂਦੇ ਨੇ। ਜਿਹਨੂੰ ਗੁਰਬਾਣੀ ਦੇ ਵਿੱਚ ਹੁੰਦਾ ਆਪਣੇ ਛੂਟਣ ਕੋ ਯਤਨ ਕਰੋ ਤੁਮ, ਇਹ ਕਹਿੰਦੇ ਨੇ ਪ੍ਰਮਾਤਮਾ ਹੁਣ ਆਪਣਾ ਫਿਕਰ ਕਰ, ਅਸੀਂ ਤੇ ਛੁੱਟ ਗਏ ਹਾਂ। ਕਹਿੰਦੇ ਨੇ ਅਸੀਂ ਛੁੱਟ ਗਏ ਤੈਨੂੰ ਆਰਾਧ ਕੇ, ਇਹ ਵਾਹਿਗੁਰੂ ਜੀ ਹੁਣ ਸਾਡੇ ਹੱਥੋਂ ਤੂੰ ਨਹੀਂ ਛੁੱਟਣਾ। ਏਡੀ ਗੱਲ ਵੀ ਗੁਰਬਾਣੀ 'ਚ ਭਗਤ ਕਹਿੰਦੇ ਨੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਦੀ ਸ਼ਰਨ ਵਿੱਚ ਆ ਗਏ। ਕਹਿੰਦੇ ਬਾਬਾ ਜੀ ਤੁਹਾਨੂੰ ਕੋਈ ਨਾ ਕੋਈ ਜੁਗਤੀ ਜ਼ਰੂਰ ਆਊਗੀ। ਹੁਣ ਅਸੀਂ ਨਿਢਾਲ ਹਾਂ, ਸਾਨੂੰ ਨਹੀਂ ਪਤਾ ਕਿਵੇਂ ਗੁਰੂ ਨੂੰ ਮਿਲਿਆ ਜਾ ਸਕਦਾ ਹੈ। ਇਹ ਕੌਤਕ ਸਭ ਆਪ ਦਿਖਾਏ ਤੁਮ ਬਿਨ ਕਿਸ ਤੇ ਰਹਿਣ ਉਪਾਏ। ਇਹ ਸਾਰਾ ਕੌਤਕ ਤੁਸੀਂ ਹੀ ਵਿਖਾਇਆ ਹੈ, ਤੁਹਾਡੇ ਤੋਂ ਬਿਨਾ ਸਾਨੂੰ ਇੱਥੇ ਤਾਈਂ ਕੋਈ ਨਹੀਂ ਲਿਆ ਸਕਦਾ ਸੀ। ਸਭ ਸੰਗਤ ਪਰ ਕਰੁਣਾ ਕਰੀਏ ਆਪ ਜਤਨ ਕਰ ਗੁਰੂ ਦਿਖਾਈਏ। ਇਸ ਕਰਕੇ ਨਾ ਤੁਸੀਂ ਹੁਣ ਕਿਰਪਾ ਕਰੋ, ਕੋਈ ਨਾ ਕੋਈ ਜੁਗਤੀ ਬਣਾਓ, ਕੋਈ ਯਤਨ ਕਰੋ ਜਿਹਦੇ ਨਾਲ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਣ। ਸਾਡਾ ਕਿਉਂਕਿ ਜਦੋਂ ਮਨੁੱਖ ਬਿਲਕੁਲ ਪਰੇਸ਼ਾਨ ਹੋ ਜਾਏ ਨਾ, ਜੇ ਕਿਸੇ ਦੇ ਆਸ ਉਹਨੂੰ ਦੁਬਾਰਾ ਬੇਨਤੀਆਂ ਕਰਦਾ ਰਹਿੰਦਾ ਹੈ, ਭਾਈ ਕੋਈ ਕਰ ਬੇਨਤੀ, ਕੋਈ ਮੇਰਾਮਤ ਕਰ। ਹੁਣ ਸਾਰੇ ਉਦਾਸ ਨੇ ਤੇ ਉਹਨਾਂ ਨੂੰ ਇੱਕੋ ਇੱਕ ਆਸਰਾ ਮਿਲਿਆ ਵੀ ਬਾਬਾ ਬੁੱਢਾ ਸਾਹਿਬ ਇਹ ਕਰ ਸਕਦੇ ਨੇ ਜੋ। ਕਹਿੰਦੇ ਭਾਈ ਜੀ
ਤੁਸੀਂ ਕੋਈ ਨਾ ਕੋਈ ਉਪਾਅ ਜ਼ਰੂਰ ਕਰੋ। ਸੁਨ ਵਿਚਾਰ ਬੁੱਢੇ ਤਬ ਕੀਨਸ, ਸਿੱਖਿਆਨ ਕਰ ਕਰੁਣਾ ਰਸ ਧੀਨਸ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ, ਕਹਿੰਦੇ ਗੁਰੂ ਸਾਹਿਬ ਹਮੇਸ਼ਾ ਸਿੱਖਾਂ ਤੇ ਕਿਰਪਾ ਹੀ ਕਰਦੇ ਨੇ। ਉਹਨਾਂ ਨੇ ਵੀ ਸਿੱਖਾਂ ਦੀ ਬੇਨਤੀ ਸੁਣ ਕੇ ਆਪਣੇ ਮਨ ਦੇ ਵਿੱਚ ਸੋਚਿਆ ਹੈ। ਚਿਤ ਵਿਓ ਗੁਰ ਨੇ ਬਚਨ ਉਚਾਰਾ, ਹੋਏ ਦੋਸ਼ ਜੋਏ ਇਹ ਖੋਲੇ ਦਵਾਰਾ। ਆਪਣੇ ਮਨ ਵਿੱਚ ਸੋਚਿਆ ਵੀ ਗੁਰੂ ਸਾਹਿਬ ਜੀ ਨੇ ਕਿਹਾ ਵੀ ਉਹ ਦੋਸ਼ੀ ਹੋਵੇਗਾ ਜਿਹੜਾ ਗੁਰੂ ਦਾ ਦਰਵਾਜ਼ਾ ਖੋਲੇਗਾ। ਅਪਰ ਖਾਨ ਕੋ ਪਾਰਨ ਕਰੋ, ਤਹਾਂ ਨਹੀਂ ਇਹ ਦੋਸ਼ ਨਿਰਾਓ। ਹੁਣ ਕਹਿੰਦੇ ਨੇ ਮਨ ਵਿੱਚ ਸੋਚਿਆ ਵੀ ਗੁਰੂ ਨੇ ਕਿਹਾ ਜਿਹੜਾ ਦਰਵਾਜ਼ਾ ਪਾੜੇਗਾ ਉਹੀ ਦੋਸ਼ੀ ਹੋਏਗਾ ਨਾ, ਮੈਂ ਪਿੱਛੋਂ ਪਾੜ ਲੈਣਾ। ਪਿੱਛੋਂ ਪਾੜਿਆ ਥੋੜੀ ਨਾ ਦੋਸ਼ੀ, ਗੁਰੂ ਨੇ ਕਿਹਾ ਵੀ ਜਿਹੜਾ ਦਰਵਾਜ਼ਾ ਪਾੜੇਗਾ। ਉਹਨਾਂ ਸੋਚਿਆ ਵੀ ਜਿਹੜਾ ਪਿੱਛੋਂ ਜਾ ਕੇ ਸੰਨ ਲਾਏਗਾ ਉਹ ਦੋਸ਼ੀ ਨਹੀਂ ਹੋਵੇਗਾ। ਦਰਸ਼ਨ ਕਰਕੇ ਬਿਨਤੀ ਖਾਨੇ, ਸਭ ਅਪਰਾਧ ਛਿਮੇ ਹਿਤ ਜਾਣੇ। ਹਾਂ, ਜੇ ਇਹ ਵੀ ਕਿ ਮੇਰੇ ਤੋਂ ਗਲਤੀ ਹੋ ਗਈ ਫਿਰ ਗੁਰੂ ਦਿਆਲੂ ਵੀ ਹੈ, ਦੂਜਾ ਵੀ ਪਤਾ ਹੈ। ਮੈਂ ਜਦੋਂ ਅੰਦਰ ਜਾਵਾਂਗਾ ਬੇਨਤੀ ਕਰ ਦੇਵਾਂਗਾ ਤੇ ਗੁਰੂ ਸਾਹਿਬ ਜੀ ਮੈਨੂੰ ਛਿਮਾ ਵੀ ਕਰ ਦੇਣਗੇ। ਹਿਰਦੈ ਧਿਆਨ ਧਰ ਬੰਧਨ ਕੀ ਨਸ, ਕੋਸ਼ਟ ਕੋ ਪਿਛਲੀ ਦੇਸਤੀ ਨਸ਼। ਹਿਰਦੇ ਵਿੱਚ ਧਿਆਨ ਧਰ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਅਤੇ ਜਿਹੜਾ ਦਰਵਾਜ਼ਾ ਹੈ, ਜਿਹੜਾ ਘਰ ਹੈ, ਉਹਨੂੰ ਪਿੱਛੋਂ ਜਾ ਕੇ ਵੇਖਿਆ ਹੈ। ਤਹਾਂ ਜਾਇ ਕਰ ਈਂਦਿਉ ਘੇਰੀ, ਤੀਛਨ ਲੋ ਸੰਗ ਤਿਸ ਦੇਰੀ। ਇੱਕ ਤਿੱਖੇ ਲੋਹੇ ਦੀ ਸੱਬਲ ਲੈ ਕੇ ਉਥੋਂ ਇੱਕ ਇੱਟ ਪੁੱਟ ਲਈ ਪਿਛਲੀ ਸਾਈਡ 'ਚੋਂ, ਤੇ ਨਾਲ ਦੀ ਨਾਲ ਉਹਦੇ ਨੂੰ ਜਿਹੜੀ ਦੀਵਾਰ ਹੈ ਉਹਨੂੰ ਪਿੱਛੋਂ ਤੋੜਨਾ ਸ਼ੁਰੂ ਕੀਤਾ ਹੈ। ਹਰੀ ਕਰੀ ਤਨੇ ਪ੍ਰਵੇਸ਼ਨ ਜੇਤੀ, ਸੰਗਤ ਦੇਖਤ ਅਚਰਜ ਸੇਤੀ। ਕਹਿੰਦੇ ਜਿੰਨੀ ਕੁ ਲੋੜ ਸੀ ਅੰਦਰ ਪ੍ਰਵੇਸ਼ ਕਰਨ ਲਈ ਉਨਾ ਕੁ ਜਿਹੜਾ ਮੋਗਾ ਉਹਦੇ ਪਿੱਛੇ ਪਾੜ ਪਾਉਣਾ ਹੈ ਉਹਨਾਂ ਬਾਬਾ ਬੁੱਢਾ ਜੀ ਨੇ ਪਾ ਦਿੱਤਾ ਹੈ। ਪশ্ਚਮ ਦਿਸ਼ ਮੈਂ ਕੋਸ਼ਟ ਦੁਆਰਾ, ਪੂਰਬ ਦਿਸ਼ਾ ਪਾਰ ਕੋ ਪਾਰਾ। ਪੱਛਮ ਦੀ ਦਿਸ਼ਾ ਵਿੱਚ ਤੇ ਕੋਠੇ ਦਾ ਦੁਆਰ ਸੀ। ਬਾਬਾ ਬੁੱਢਾ ਜੀ ਨੇ ਪੂਰਬ ਦੀ ਦਿਸ਼ਾ ਦੇ ਵਿੱਚੋਂ ਉਸ ਨੂੰ ਪਾੜਨਾ ਸ਼ੁਰੂ ਕੀਤਾ ਹੈ। ਅੰਤਰ ਧੀਰਜ ਧਾਰ ਪ੍ਰਵੇਸ਼ਾ, ਵਿਖੇ ਗੁਰੂ ਤਬ ਮਨੋ ਮਹੇਸ਼ਾ। ਅੰਦਰ ਜਾ ਕੇ ਧੀਰਜ ਰੱਖ ਕੇ ਅੰਦਰ ਪ੍ਰਵੇਸ਼ ਕਰ ਗਏ। ਅੱਗੇ ਜਾ ਕੇ ਕੀ ਵੇਖਦੇ ਨੇ, ਗੁਰੂ ਸਾਹਿਬ ਅਖੰਡ ਸਮਾਧੀ ਵਿੱਚ ਲੱਗੇ ਹੋਏ। ਹੁਣ ਇੰਨਾ ਖੜਕਾ ਹੋ ਰਿਹਾ, ਮਹਾਰਾਜ ਨਹੀਂ ਉੱਠੇ। ਮਹਾਰਾਜ ਸਰੀਰ ਕਰਕੇ ਉੱਥੇ ਨੇ, ਧਿਆਨ ਕਰਕੇ ਉੱਥੇ ਨਹੀਂ ਹਨ। ਉਹ ਕਈ ਵਾਰੀ ਸਾਧ ਸੰਗਤ ਹੁੰਦਾ ਵੀ ਇਵੇਂ, ਮਨੁੱਖ ਕਿਸੇ ਨਾਲ ਗੱਲਾਂ ਕਰਦਾ ਹੋਏ ਨਾ, ਆਪਸ ਦੇ ਵਿੱਚ ਬੈਠੇ ਹੋਣ ਤੇ ਕਈ ਵਾਰੀ ਕਹਿੰਦਾ ਦੁਬਾਰਾ ਗੱਲ ਦੱਸੀ। ਕਹਿੰਦੇ ਹੁਣ ਤੇ ਦੱਸੀ ਹੈ। ਕਹਿੰਦੇ ਮੈਨੂੰ ਸੁਣੀ ਨਹੀਂ। ਬੈਠਾ ਤੂੰ ਇਹ ਸੁਣੀ ਕਿਉਂ ਨਹੀਂ? ਮੇਰਾ ਧਿਆਨ ਨਹੀਂ ਸੀ। ਔਰ ਗੱਲ ਪਰਮਾਤਮਾ ਤੇ ਹੀ ਮਨੁੱਖ ਦਾ ਧਿਆਨ ਹੀ ਪਹੁੰਚਦਾ ਹੈ। ਸਰੀਰ ਇੱਥੇ ਰਹਿੰਦਾ ਹੈ, ਸਰੀਰ ਤੇ ਨਸ਼ਵਰ ਹੈ, ਇਹਨੇ ਨਸ਼ਟ ਹੋਣਾ ਹੈ। ਪਰਮਾਤਮਾ ਤੇ ਹੀ ਮਨੁੱਖ ਦੀ ਸੁਰਤ ਪਹੁੰਚਦੀ ਹੈ। ਸੁਰਤੀ ਦਾ ਮਾਰਗ ਹੈ ਪਰਮੇਸ਼ਰ ਤੇ ਪਹੁੰਚਣ ਦਾ, ਸਰੀਰ ਦਾ ਨਹੀਂ ਹੈ। ਸਰੀਰ ਤੇ ਸਭ ਦਾ ਨਸ਼ਟ ਹੁੰਦਾ ਹੈ। ਔਰ ਕਈ ਵਾਰੀ ਅਸੀਂ ਵੇਖਦੇ ਹਾਂ ਧਿਆਨ ਮਨੁੱਖ ਦਾ, ਸਾਰੀ ਗੱਲਬਾਤ ਹੋ ਜਾਏਗੀ, ਉਹ ਪਿੱਛੋਂ ਬੋਲਦਾ ਹੈ, ਮੈਨੂੰ ਕੋਈ ਸਮਝ ਹੀ ਨਹੀਂ ਆਇਆ। ਕਿਉਂ? ਮੈਂ ਇੱਥੇ ਹੈ ਹੀ ਨਹੀਂ ਸੀ। ਸਰੀਰ ਕਰਕੇ ਮਨੁੱਖ ਹੁੰਦਾ ਹੈ, ਕਿਉਂਕਿ ਕੰਨ ਇੱਥੇ ਸਨ, ਪਰ ਜਿਹਨੇ ਕੰਨਾਂ ਦੇ ਵਿੱਚ ਦੀ ਸੁਣਨਾ ਉਹ ਹੈ ਹੀ ਨਹੀਂ ਸੀ। ਕਈ ਵਾਰੀ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਨੇ, ਟੀਚਰ ਅੱਗੇ ਪੜ੍ਹਾਉਂਦਾ ਹੈ, ਉਹਨੂੰ ਬੱਚੇ ਨੂੰ ਦੁਬਾਰਾ ਟੀਚਰ ਪੁੱਛ ਲੇ, ਹਾਂ ਬਈ ਦੱਸ। ਉਹ ਕਹਿੰਦਾ ਮੈਨੂੰ ਕਹਿੰਦਾ ਤੂੰ ਇੱਥੇ ਨਹੀਂ ਸੀ? ਕਹਿੰਦੇ ਇੱਥੇ ਹੀ ਸੀ। ਕਹਿੰਦੇ ਮੇਰਾ ਧਿਆਨ ਇੱਥੇ ਨਹੀਂ ਸੀ। ਗੱਲ ਧਿਆਨ ਦੀ ਹੈ। ਤੇ ਮਹਾਰਾਜ ਅੰਤਰ ਧਿਆਨ ਹੋਏ ਨੇ। ਮਹਾਰਾਜ ਸਰੀਰ ਕਰਕੇ ਕੋਠੇ ਵਿੱਚ ਹਨ, ਪਰ ਮਹਾਰਾਜ ਜੀ ਸੁਰਤੀ ਕਰਕੇ ਉੱਥੇ ਨਹੀਂ ਹਨ। ਆਸਣ ਲਾਏ ਸਮਾਧ ਅਗਾਧਾ, ਬ੍ਰਹਮ ਰੂਪ ਇੱਕ ਚਾਲੇ ਅਗਾਧਾ। ਮਹਾਰਾਜ ਜੀ ਅਗਾਧ ਸਮਾਧੀ ਮਹਾਰਾਜ ਜੀ ਨੇ ਲਾਈ ਹੋਈ ਹੈ। ਨਿਰਵਿਘਨ ਅਚਲ ਇੱਕ ਬ੍ਰਹਮ ਰੂਪ ਹੋਏ ਹਨ। ਅੰਗ ਅਡੋਲ ਟਿਕੇ ਜਗ ਸੁਆਮੀ, ਕੋਟ ਬਰਖ ਜਿਮ ਸ਼ਿਵ ਨਿਸ਼ਕਾਮੀ। ਮਹਾਰਾਜ ਜੀ ਅਡੋਲ ਬੈਠੇ ਨੇ, ਇੰਨੀ ਸਮਾਧੀ ਦੇ ਵਿੱਚ ਗਹਿਰੇ ਨੇ। ਵੈਸੇ ਇੰਨੀ ਸਮਾਧੀ ਕੋਈ ਕਿਸੇ ਮਨੁੱਖ ਦੀ ਵਿਰਲੇ ਦੀ ਲੱਗ ਜਾਂਦੀ ਹੈ, ਹੌਲੇ ਹੌਲੇ। ਇੰਨੀ ਛੇਤੀ ਨਹੀਂ। ਜਿਉਂ-ਜਿਉਂ ਪ੍ਰਭੂ ਦਾ ਸਿਮਰਨ ਕਰਦਾ ਹੈ,
ਨਾਮ ਬਾਰ-ਬਾਰ ਜਪਦਾ ਹੈ, ਹੌਲੀ-ਹੌਲੀ ਪਹਿਲਾਂ ਤੇ ਮਨੁੱਖ ਆਪਣੇ ਉੱਤੇ ਆਉਂਦਾ ਹੈ, ਵੀ ਧਿਆਨ ਹਜੇ ਖਿਲ ਰਿਹਾ ਹੋਇਆ ਹੈ। ਜਦੋਂ ਹੀ ਅੱਖਾਂ ਬੰਦ ਕਰੇਗਾ ਦੁਨੀਆ ਦੇ ਕੰਮ ਚੇਤੇ ਆਉਣਗੇ। ਹੌਲੀ-ਹੌਲੀ ਇਹ ਧਿਆਨ ਜਿਹੜਾ ਹੈ ਆਪਣੇ ਅੰਦਰ ਆ ਜਾਏਗਾ, ਆਉਂਦਾ ਸਰੀਰ 'ਚ ਆ ਜਾਏਗਾ, ਸਰੀਰ ਤੋਂ ਫਿਰ ਗਹਿਰਾ ਹੁੰਦਾ ਆਤਮਾ ਤਾਈਂ ਮਨੁੱਖ ਦਾ ਧਿਆਨ ਜਿਹੜਾ ਆਪਣੇ ਨਿੱਜੀ ਸਰੂਪ ਤੇ ਪਹੁੰਚ ਜਾਂਦਾ ਹੈ। ਪਰ ਇਹ ਇੰਨੀ ਸੌਖੀ ਖੇਡ ਨਹੀਂ ਹੈ। ਤਾਂ ਹੀ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਇਹ ਖੇਲ ਕਠਨ ਹੈ। ਪਰਮੇਸ਼ਰ ਤੇ ਪਹੁੰਚਣ ਦਾ ਜਿਹੜਾ ਖੇਡ ਹੈ ਤੇ ਕਠਨ ਰਾਸਤਾ ਮਾਰਗ ਔਖਾ ਹੈ, ਪਰ ਅਸੰਭਵ ਨਹੀਂ ਹੈ। ਔਖਾ ਤੇ ਹੈ, ਔਰ ਦੁਨੀਆ ਵਿੱਚ ਬੜੇ ਐਸੇ ਮਾਰਗ ਨੇ ਜਿਹੜੇ ਮੁਸ਼ਕਲ ਹੁੰਦੇ ਨੇ, ਅਸੰਭਵ ਨਹੀਂ ਹੁੰਦੇ। ਕਿਉਂਕਿ ਜੇ ਗੁਰੂ ਨੇ ਨਾਮ ਦਿੱਤਾ, ਅਸੰਭਵਤਾ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਜੀ ਅਡੋਲ ਸਮਾਧੀ ਦੇ ਵਿੱਚ ਥਿਰ ਹਨ। ਪਦ ਅਰਵਿੰਦ ਬੰਧਨਾ ਧਾਰੀ, ਕਰ ਸਪਰਸ਼ ਕਰ ਥਿਰਿਓ ਘਾਰੀ। ਬਾਬਾ ਬੁੱਢਾ ਸਾਹਿਬ ਜੀ ਨੇ ਜਿਵੇਂ ਹੀ ਮਹਾਰਾਜ ਅੱਗੇ ਬੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਨੂੰ ਛੂਹ ਲਿਆ ਹੈ। ਚੌਤਨ ਹਾਥ ਸਮਾਧ ਵਿਰਾਮ, ਖੁੱਲੇ ਵਿਲੋਚਨ ਕਿਰਪਾ ਸੋ ਧਾਮ। ਕਿਰਪਾ ਦੇ ਘਰ ਗੁਰੂ ਸਾਹਿਬ ਜੀ ਦੇ ਨੇਤਰ ਖੁੱਲੇ। ਜਿਵੇਂ ਉਹਨਾਂ ਛੂਹਿਆ, ਨਾਲ ਦੀ ਜਿਹੜੀ ਸਮਾਧੀ ਹੈ ਉਹ ਖੁੱਲ ਗਈ ਹੈ। ਦੇਖ ਬ੍ਰਿਧ ਕੋ ਬਾਕ ਉਚਾਰਾ, ਕਿਮ ਤੈ ਟਾਰਿਓ ਹੁਕਮ ਹਮਾਰਾ। ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਮਹਾਰਾਜ ਜੀ ਨੇ ਕਿਹਾ, ਭਾਈ ਬਾਬਾ ਬੁੱਢਾ ਜੀ, ਤੁਸੀਂ ਸਾਡਾ ਹੁਕਮ ਕਿਉਂ ਟਾਲਿਆ? ਤੁਸੀਂ ਸਾਡਾ ਹੁਕਮ ਨਹੀਂ ਪੜ੍ਹਿਆ। ਬਾਹਰ ਜਿਹੜਾ ਅੰਦਰ ਆਏਗਾ ਦਰਵਾਜ਼ਾ ਖੋਲ੍ਹ ਕੇ, ਅਸੀਂ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ ਹੈ। ਸ੍ਰੀ ਗੁਰ ਹਮਨੇ ਆਏ ਸਟਾਰੀ, ਤਜਦਰ ਖੋਰਿਓ ਦਵਾਰ ਪਿਛਾਰੀ। ਕਹਿੰਦੇ ਮਹਾਰਾਜ ਜੀ, ਮੈਂ ਆਪ ਜੀ ਦਾ ਹੁਕਮ ਨਹੀਂ ਟਾਲਿਆ, ਮੈਂ ਦਰਵਾਜ਼ਾ ਖੋਲ੍ਹਿਆ ਹੀ ਨਹੀਂ। ਤੁਸੀਂ ਵੇਖ ਲਓ ਦਰਵਾਜ਼ਾ ਖੁੱਲ੍ਹਿਆ ਨਹੀਂ। ਮਹਾਰਾਜ ਮੈਂ ਤੇ ਪਿੱਛੋਂ ਦੀ ਆਇਆ। ਤੁਸੀਂ ਕਿਹਾ ਜਿਹੜਾ ਦਰਵਾਜ਼ੇ ਥਾਣੀ ਆਏਗਾ ਉਹ ਨਹੀਂ ਨਾ ਸਾਡਾ ਸਿੱਖ, ਪਰ ਮੈਂ ਤੇ ਪਿੱਛੋਂ ਆਇਆ। ਕਿੰਨੀ ਬਰੀਕ ਬੁੱਧੀ ਹੈ, ਵੇਖੋ ਕਿੰਨੀ ਬਰੀਕਤਾ ਦੇ ਨਾਲ ਉਹਨਾਂ ਸੋਚਿਆ। ਮਹਾਰਾਜ ਦਰਵਾਜ਼ਾ ਤੇ ਮੈਂ ਖੋਲ੍ਹਿਆ ਹੀ ਨਹੀਂ, ਮੈਂ ਤੇ ਪਿਛਲੀ ਦਿਸ਼ਾ ਚੋਂ ਆ ਕੇ ਦਰਵਾਜ਼ੇ ਨੂੰ ਸੰਨ ਲਾ ਲਈ ਹੈ। ਸਭ ਸਿੱਖਿਆਨ ਮਨ ਵਿਆਕੁਲ ਹੇਰਾ, ਧੁਰੇ ਆਪ ਕਰ ਜਗਤ ਅੰਧੇਰਾ। ਮਹਾਰਾਜ ਜੀ ਮੈਂ ਸਿੱਖਿਆ ਨੂੰ ਵਿਆਕੁਲ ਵੇਖਿਆ ਜਦੋਂ, ਤਾਂ ਮੈਂ ਇਸ ਲੈਵਲ ਤੇ ਆਇਆ। ਕਿਉਂਕਿ ਤੁਹਾਡੇ ਜਿਵੇਂ ਤੁਸੀਂ ਜਗਤ ਤੋਂ ਸਾਈਡ 'ਚ ਹੋ ਗਏ, ਸਿੱਖਾਂ ਲਈ ਤੇ ਇਵੇਂ ਆ ਜਿਵੇਂ ਅੰਧੇਰਾ ਛਾ ਗਿਆ ਹੋਏ। ਕਿਉਂਕਿ ਐਵੇਂ ਲੱਗਦਾ ਹੈ ਜਿਵੇਂ ਚਕੋਰਾਂ ਚੰਦਰਮਾ ਨੂੰ ਨਾ ਵੇਖਣ ਤੇ ਉਹਨਾਂ ਵਾਸਤੇ ਕੁਝ ਵੀ ਨਹੀਂ। ਮਹਾਰਾਜ ਇਵੇਂ ਸਿੱਖਾਂ ਦੇ ਅੰਦਰ ਅੰਧੇਰਾ ਛਾ ਗਿਆ ਹੈ। ਇਹ ਬਿਦ ਕਿਉਂ ਕਰ ਬਨੇ ਗੁਸਾਈ, ਛਪੋ ਆਪ ਸੰਗਤ ਦੁਖ ਪਾਈ। ਮਹਾਰਾਜ ਜੀ ਹੈ ਗੁਸਾਈ, ਧਰਤੀ ਦੇ ਮਾਲਕ ਗੁਰੂ ਅਮਰਦਾਸ ਜੀ, ਪਹਿਲਾਂ ਇਹ ਦੱਸੋ ਤੁਸੀਂ ਐਵੇਂ ਕਿਉਂ ਕੀਤਾ? ਸਾਹਿਬ ਜੀ ਤੁਸੀਂ ਚਲੇ ਗਏ ਹੋ, ਤੁਹਾਡੇ ਜਾਣ ਦੇ ਨਾਲ ਸੰਗਤ ਦੁੱਖ ਪਾ ਰਹੀ ਹੈ। ਤੁਹਾਡੇ ਨਾਲ ਪ੍ਰੇਮ ਹੀ ਇੰਨਾ ਹੈ ਸੰਗਤ ਦਾ। ਕਿਉਂਕਿ ਸਾਧ ਸੰਗਤ ਆਪਾਂ ਪਰਮੇਸ਼ਰ ਦਾ ਨਾਂ ਲੈਂਦੇ ਹਾਂ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ। ਕਿ ਗੁਰੂ ਨੂੰ ਜ਼ਰੂਰਤ ਨਹੀਂ ਹੈ ਸਿੱਖਾਂ ਦੀ, ਉਹ ਤੇ ਮੁਕਤ ਹੈ, ਉਹਨੂੰ ਜ਼ਰੂਰਤ ਨਹੀਂ ਹੈ। ਇੱਥੇ ਮਨੁੱਖ ਦੀ ਆਪਣੀ ਜ਼ਰੂਰਤ ਹੈ ਉਹਦੇ ਨਾਲ ਪ੍ਰੇਮ ਬਣਨ ਦਾ। ਉਹਨੇ ਮਨੁੱਖ ਥੋੜ੍ਹੀ ਨਾ ਇਕੱਠੇ ਕਰ ਰਹੇ ਨੇ। ਹੁਣ ਇੱਕ ਵਾਰੀ ਹੋਰ ਵੀ ਗੱਲ ਹੈ, ਗੁਰੂ ਇਹ ਨਹੀਂ ਕਹਿੰਦਾ ਤੂੰ ਮੇਰੇ ਹੁਕਮ ਤੇ ਚੱਲ, ਉਹ ਦੱਸਦਾ ਹੈ ਸਿਰਫ ਚੱਲਣਾ ਨਾ ਚੱਲਣਾ ਆਪਣੀ ਮਰਜ਼ੀ ਹੈ ਮਨੁੱਖ ਦੀ। ਹੁਣ ਗੁਰੂ ਇਹ ਥੋੜ੍ਹੀ ਨਾ ਕਹਿੰਦਾ ਤੂੰ ਮੇਰੇ ਤੇ ਜ਼ਰੂਰ ਹੀ ਚੱਲ। ਹਾਂ ਇਹ ਜ਼ਰੂਰ ਕਹਿੰਦੇ ਨੇ ਚੱਲੇਗਾ ਤੇਰਾ ਫਾਇਦਾ ਹੋ ਜਾਏਗਾ, ਬਸ ਇਹ ਗੱਲ ਹੈ। ਨਾ ਚੱਲੇਗਾ ਬੜੀ ਦੁਨੀਆ ਜਿਹੜੀ ਨਹੀਂ ਚੱਲਦੀ। ਆਪਾਂ ਇੱਥੇ ਬੈਠੇ ਹਾਂ, ਬਹੁਤ ਐਸੀ ਦੁਨੀਆ ਜਿਹੜੀ ਨਹੀਂ ਸਤਸੰਗਤ ਵਿੱਚ ਨਹੀਂ ਆਉਂਦੀ। ਮਰਜ਼ੀ ਹੈ ਆਪੋ ਆਪਣੀ। ਪਰ ਇਹ ਵੀ ਹੈ ਮਹਾਰਾਜ ਬਾਣੀ 'ਚ ਇਹ ਵੀ ਕਹਿੰਦੇ ਨੇ, ਜਿਨ੍ਹਾਂ ਦੇ ਭਾਗ ਵੱਡੇ ਹੋ ਜਾਂਦੇ ਨੇ ਇਹ ਵਸਤੂ ਪ੍ਰਾਪਤ ਵੀ ਉਹਨਾਂ ਨੂੰ ਹੁੰਦੀ ਹੈ। ਕਿਉਂਕਿ ਦੁਨੀਆ ਦੀ ਸਭ ਤੋਂ ਅਮੋਲਕ ਚੀਜ਼ ਹੈ ਇਹ। ਉਹ ਵੱਖਰੀ ਗੱਲ ਹੈ ਸਾਧ ਸੰਗਤ। ਕਈ ਵਾਰੀ ਮਨੁੱਖ ਹੀਰਿਆਂ ਨੂੰ ਹੱਥਾਂ ਵਿੱਚ ਚੁੱਕੀ ਫਿਰਦੇ ਨੇ ਤੇ ਸਮਝਦੇ ਪੱਥਰ ਨੇ। ਐਸਾ ਹੁੰਦਾ ਹੈ ਸਾਧ ਸੰਗਤ। ਜਦੋਂ ਤਾਈਂ ਮਨੁੱਖ ਨੂੰ ਹੀਰੇ ਦੀ ਕਦਰ ਨਹੀਂ ਨਾ ਪਤਾ, ਉਦੋਂ ਲਈ ਉਹਦੇ ਵਾਸਤੇ ਹੀਰਾ ਵੀ ਪੱਥਰ ਹੈ। ਪਰ ਜੇ ਕਦਰ ਨਹੀਂ ਪਤਾ, ਕਈ ਵਾਰੀ ਜਿਹੜਾ ਪੱਥਰ ਉਹ ਵੀ ਹੀਰਾ ਬਣ ਜਾਂਦਾ ਹੈ। ਕਦਰ ਨਹੀਂ, ਜਦੋਂ ਤਾਈਂ ਕਦਰ ਨਹੀਂ ਪਤਾ।
ਇਸ ਕਰਕੇ ਜਿਸ ਨੂੰ ਕਦਰ ਪਤਾ ਲੱਗ ਗਈ ਇਹ ਮਨੁੱਖਾ ਜਨਮ ਦੀ, ਉਹਦੇ ਵਾਸਤੇ ਤੇ ਇੱਕ ਇੱਕ ਵਾਕ ਜਿਹੜਾ ਹੀਰਾ ਬਣ ਜਾਏਗਾ। ਉਹਦੇ ਵਾਸਤੇ ਤੇ ਇੱਕ ਇੱਕ ਗੱਲ ਉਹਦੇ ਅੰਦਰ ਵਿਰਹਾ ਦੀ ਚੋਟ ਪੈਦਾ ਕਰੇਗੀ। ਇਸ ਕਰਕੇ ਕਹਿੰਦੇ ਮਹਾਰਾਜ ਤੁਸੀਂ ਸੰਗਤ ਨੂੰ ਨਹੀਂ ਵਿਖੇ, ਠੀਕ ਹੈ, ਤੁਹਾਡੇ ਬਿਨਾ ਤੁਸੀਂ ਬਾਹਰ ਬੈਠੇ ਹੋ, ਤੁਹਾਡਾ ਤੇ ਸੰਗਤ ਬਿਨਾ ਚੱਲ ਜਾਏਗਾ, ਪਰ ਸੰਗਤ ਦਾ ਤੁਹਾਡੇ ਬਿਨਾ ਕੰਮ ਨਹੀਂ ਚੱਲਣਾ। ਤੁਸੀਂ ਤੇ ਅਗਾਧ ਸਮਾਧੀ 'ਚ ਬੈਠੇ ਹੋ, ਪਰ ਸੰਗਤ ਜਿਹੜੀ ਹੈ ਉਹ ਬਹੁਤ ਵਿਆਕੁਲ ਹੈ, ਬੜੇ ਤਰੀਕੇ ਦੇ ਨਾਲ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਸਰਬ ਸ਼ਕਤ ਜੁਗ ਸਮਰੱਥ ਪੂਰਨ, ਜਹਾਂ ਚਿਤ ਮਹਿ ਕਰਹੁ ਤੂਰਨ। ਮਹਾਰਾਜ ਤੁਸੀਂ ਇੱਥੇ ਆ ਕੇ ਬਹਿਣ ਦੀ ਲੋੜ ਹੀ ਨਹੀਂ, ਤੁਸੀਂ ਤੇ ਸਾਰੀ ਸ਼ਕਤੀਆਂ 'ਚ ਸੰਪੂਰਨ ਹੋ। ਜੋ ਤੁਹਾਡੇ ਦਿਲ ਵਿੱਚ ਆਏ ਉਹ ਤੁਸੀਂ ਕਰ ਸਕਦੇ ਹੋ। ਤੀਨ ਲੋਕ ਪਰ ਹੁਕਮ ਤੁਮਾਰਾ, ਬੈਠੋ ਤੁਮ ਕਿਸਤੇ ਡਰ ਧਾਰਾ। ਮਹਾਰਾਜ ਤਿੰਨਾਂ ਲੋਕਾਂ 'ਚ ਤੁਹਾਡਾ ਹੁਕਮ ਚੱਲਦਾ ਹੈ, ਤੁਸੀਂ ਇੱਥੇ ਕਿਉਂ ਬੈਠੇ ਹੋ? ਕਿਹਦੇ ਤੋਂ ਡਰ ਆਪ ਜੀ ਨੇ ਧਾਰਨ ਕੀਤਾ ਹੋਇਆ ਹੈ? ਨਿਕਸੋ ਵਹਿਰ ਦਿਖਾਵੋ ਦਰਸ਼ਨ, ਕਰਹਿ ਸੰਗਤ ਪਾਏ ਪਰਸ਼ਨ। ਮਹਾਰਾਜ ਜੀ ਆਪ ਬਾਹਰ ਚੱਲੋ, ਸੰਗਤ ਨੂੰ ਦਰਸ਼ਨ ਦਿਓ, ਸੰਗਤ ਤੁਹਾਡੇ ਚਰਨਾਂ ਦੇ ਤੁਹਾਡੇ ਚਰਨ ਸਪਰਸ਼ ਕਰੇ, ਜਿਸ ਤੋਂ ਉਹਨੂੰ ਸੁਖ ਅਨੁਭਵ ਹੋਵੇ। ਸ੍ਰੀ ਅੰਗਦ ਕੀ ਸਿਮਰੋ ਸਿੱਖਿਆ, ਨਾਮ ਜਪਾਏ ਕਰੋ ਸਿੱਖ ਰੱਖਿਆ। ਮਹਾਰਾਜ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸਿੱਖਿਆ ਯਾਦ ਕਰੋ, ਸੰਗਤ ਨੂੰ ਨਾਮ ਜਪਾਵੋ ਅਤੇ ਜਿਹੜੇ ਤੁਹਾਡੇ ਸੰਗੀ ਸੰਬੰਧੀ ਹਨ ਉਹਨਾਂ ਦੀ ਰੱਖਿਆ ਕਰੋ। ਸੁਨਤ ਕਹੇ ਸ੍ਰੀ ਅਮਰ ਪ੍ਰਸੰਨ, ਕਹਿਓ ਬ੍ਰਿਤ ਕੋ ਤੁਮ ਬਹੁ ਧੰਨ। ਗੁਰੂ ਅਮਰਦਾਸ ਜੀ ਪ੍ਰਸੰਨ ਹੋ ਗਏ ਜਦੋਂ ਬਾਬਾ ਬੁੱਢਾ ਜੀ ਨੇ ਇਹ ਗੱਲ ਕਹੀ, ਤੇ ਕਹਿੰਦੇ ਨੇ ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਤੁਸੀਂ ਬਹੁਤ ਹੀ ਧੰਨਤਾ ਦੇ ਯੋਗ ਹੋ। ਪਰ ਉਪਕਾਰ ਹੇਤ ਸਭ ਕਰਿਓ, ਸਿੱਖੀ ਕੋ ਸਤੰਭ ਹੈ ਥਿਰਿਓ। ਤੁਸੀਂ ਪਰਉਪਕਾਰ ਵਾਸਤੇ ਇਹ ਕੀਤਾ ਹੈ, ਤੁਸੀਂ ਤੇ ਸਿੱਖੀ ਦੇ ਸਤੰਭ ਬਣ ਗਏ ਹੋ। ਕੋਈ ਮਨੁੱਖ ਹੁੰਦਾ ਸਾਧ ਸੰਗਤ ਪਰਉਪਕਾਰ ਵਾਸਤੇ ਜਿਹੜਾ ਕਰੇ, ਹਰੇਕ ਮਨੁੱਖ ਦੇ ਅੰਦਰ ਪਰਉਪਕਾਰ ਨਹੀਂ ਹੁੰਦਾ। ਆਪਣੇ ਆਪ ਦੇ ਨੁਕਸਾਨ ਨੂੰ ਵੇਖ, ਹੁਣ ਇਹ ਵੀ ਪਤਾ ਹੈ ਬਾਬਾ ਬੁੱਢਾ ਜੀ ਨੂੰ, ਹੁਣ ਇਹ ਤੇ ਉਹਨਾਂ ਇੱਕ ਜੁਗਤੀ ਬਣਾਈ ਹੈ ਨਾ ਪਿੱਛੋਂ ਜਾਣ ਦੀ, ਤੇ ਗੁਰੂ ਸਾਹਿਬ ਅੱਗੋਂ ਕਹਿ ਵੀ ਸਕਦੇ ਸੀ ਵੀ ਨਹੀਂ, ਇਹਦੇ ਉਹਨਾਂ ਦੀ ਜੁਗਤੀ ਸੀ, ਉਹਨਾਂ ਨੇ ਸੰਗਤ ਨੂੰ ਮਿਲਾਉਣਾ ਸੀ। ਜੇ ਕਿਤੇ ਗੁਰੂ ਸਾਹਿਬ ਅੱਗੋਂ ਜਿਹੜਾ ਵੀ ਵਚਨ ਬੋਲ ਦਿੰਦੇ ਉਹਨਾਂ ਨੂੰ ਪਤਾ ਸੀ ਗੁਰੂ ਦਾ ਵਚਨ ਟਲਣਾ ਥੋੜੀ ਨਾ। ਪਰ ਪਰਉਪਕਾਰੀ ਮਨੁੱਖ ਦੁਨੀਆ ਦੇ ਵਿੱਚ ਘੱਟ ਹੀ ਹੁੰਦੇ ਨੇ, ਤੇ ਮਹਾਰਾਜ ਕਹਿੰਦੇ ਨੇ ਬਾਬਾ ਬੁੱਢਾ ਜੀ ਤੁਸੀਂ ਬੜੇ ਪਰਉਪਕਾਰੀ ਹੋ, ਤੁਸੀਂ ਤੇ ਸਿੱਖੀ ਦੇ ਥੰਮ ਬਣ ਗਏ ਹੋ। ਤੁਹਾਡੇ ਵੱਲ ਵੇਖ ਵੇਖ ਕੇ ਲੋਕਾਂ ਦੇ ਅੰਦਰ ਪਰਉਪਕਾਰ ਦੀ ਭਾਵਨਾ ਪੈਦਾ ਹੋਇਆ ਕਰੇਗੀ। ਮਤਸਰ ਪਾਵਕ ਜਲਦ ਮਹਾਨਾ, ਈਦਨ ਧੀਰਜ ਗਿਆਨ ਰੋ ਧਿਆਨਾ। ਕਹਿੰਦੇ ਮਹਾਰਾਜ ਕਹਿਣ ਲੱਗੇ ਦੁਨੀਆ ਦੇ ਵਿੱਚ ਈਰਖਾ ਦੀ ਅੱਗ ਬੜੀ ਚੱਲ ਰਹੀ ਹੈ, ਦੁਨੀਆ ਸੜ ਰਹੀ ਹੈ ਇਹਦੇ ਵਿੱਚ। ਇਸੇ ਕਰਕੇ ਧੀਰਜ ਗਿਆਨ ਧਿਆਨ ਉਸ ਉੱਤੇ ਬਾਲਣ ਦਾ ਕੰਮ ਕਰ ਰਹੇ ਹਨ। ਪਿਸ਼ਤਾਸਨੀ ਆਸ ਦੁਖਦਾਈ, ਪੁਰਹਿ ਨਰਾਜ ਤ੍ਰਿਲੋਕੀ ਭਾਈ। ਮਹਾਰਾਜ ਕਹਿੰਦੇ ਇੱਕ ਆਦਮਖੋਰ ਜਿਹੜੀ ਆਸ ਹੈ ਨਾ, ਆਸ, ਇਹ ਤਿੰਨ ਲੋਕ ਵੀ ਮਨੁੱਖ ਨੂੰ ਮਿਲ ਜਾਣ ਨਾ ਉਦੋਂ ਤੋਂ ਹੀ ਪੂਰੀ ਨਹੀਂ ਹੁੰਦੀ ਹੈ। ਔਰ ਸਾਧ ਸੰਗਤ ਜੇ ਕਿਤੇ ਪਰਮਾਤਮਾ ਹੁਣ ਪ੍ਰਗਟ ਹੋਏ ਨਾ ਹੁਣੇ, ਤੇ ਮਨੁੱਖ ਉਸ ਨੂੰ ਕਹੇ, ਪਹਿਲੀ ਗੱਲ ਤੇ ਮਨੁੱਖ ਦਾ ਇਹ ਡਿਸਾਈਡ ਹੀ ਨਹੀਂ ਹੈ ਵੀ ਇਹਨੇ ਪੈਸੇ ਕਿੰਨੇ ਚਾਹੀਦੇ ਨੇ ਇਹਨੂੰ। ਪਹਿਲੀ ਗੱਲ ਤੇ ਇਹ ਤੇ ਹੈ ਨਾ ਮਨੁੱਖ ਵੀ ਮੈਨੂੰ 10 ਕਰੋੜ ਰੁਪਈਆ ਚਾਹੀਦਾ, ਉਸ ਤੋਂ ਬਾਅਦ ਮੈਂ ਨਹੀਂ ਕਮਾਉਣਾ, ਇਹ ਤੇ ਡਿਸਾਈਡ ਹੀ ਹੈ ਨਹੀਂ। ਪਹਿਲੀ ਗੱਲ ਤੇ ਜ਼ਿੰਦਗੀ ਵਿੱਚ ਇਹਨੇ ਪੱਕਾ ਹੀ ਨਹੀਂ ਕੀਤਾ ਵੀ ਮੈਂ ਰੁਕਣਾ ਕਿੱਥੇ ਜਾ ਕੇ। ਜੇ ਇਸ ਮਨੁੱਖ ਦੀ ਮੰਜ਼ਿਲ ਹੈ ਨਹੀਂ, ਜਿਹੜੀ ਟ੍ਰੇਨ ਦਾ ਸਟੇਸ਼ਨ ਹੈ ਨਹੀਂ, ਮੈਨੂੰ ਰੁਕਣਾ ਕਿਤੇ ਘੁੰਮਦੀ ਰਹੇਗੀ, ਪਟੜੀਆਂ 'ਤੇ ਘੁੰਮਦੀ ਰਹੇਗੀ। ਇਸ ਕਰਕੇ ਮਨੁੱਖ ਦੀ ਪਹਿਲਾਂ ਤੇ ਇਹਨੇ ਡਿਸਾਈਡ ਹੀ ਨਹੀਂ ਕੀਤਾ ਇਹਨੂੰ ਚਾਹੀਦਾ ਕੀ ਹੈ। ਬਸ ਇਹ ਹੈ ਵੀ ਜੋ ਕੁਛ ਆਏ ਮਿਲ ਹੀ ਜਾਏ। ਜੇ ਰੱਬ ਕਹੇ ਵੀ ਆ ਪ੍ਰਿਥਵੀ ਲੈ ਲਾ, ਆ ਵੀ ਦੇ ਦੇ, ਅੱਗੋਂ ਚੰਦਰਮਾ ਇਹ ਵੀ ਲੈ ਲਾ, ਸੂਰਜ ਦੇ ਦੇ, ਇਹ ਵੀ ਦੇ ਦੇ। ਕਹਿੰਦੇ ਆਸ ਹੈ ਨਾ ਜਿਹੜੀ ਆਸ, ਇਹ ਤਰਲੋਕੀ ਵੀ ਮਿਲ ਜਾਏ ਨਾ ਮਨੁੱਖ ਨੂੰ ਤਾਂ ਵੀ ਪੂਰੀ ਨਹੀਂ ਹੁੰਦੀ। ਜੇ ਪਰਮਾਤਮਾ ਹੁਣੇ ਪ੍ਰਗਟ ਹੋ ਜਾਏ ਨਾ, ਕੋਈ ਵੀ ਤੈਨੂੰ 50 ਕਰੋੜ ਦੇਣਾ, ਸੁਖੀ ਹੋ ਜਾਏਗਾ। ਇਹਦੇ ਦਿਮਾਗ 'ਚ ਨਾਲੋਂ ਨਾਲ ਅਗਲੀ 'ਚ ਨਹੀਂ 50 ਨਹੀਂ, ਮੈਂ ਸੋਚ ਲਾਂ ਇੱਕ ਵਾਰੀ, ਤੈਨੂੰ ਇੰਨੀ ਮਾਇਆ ਮੈਂ ਦੇ ਰਿਹਾ, ਨਹੀਂ ਇੱਕ ਵਾਰੀ ਮੈਨੂੰ ਸੋਚ ਲੈਣ ਦੇ। ਫਿਰ ਵੀ
ਇਹ ਤੇ ਮੇਰੇ ਵਾਸਤੇ ਬੜੀ ਹੈ ਤੇ 50 ਵੀ ਖਤਮ ਹੋ ਗਏ। 50 ਥੋੜੇ ਹੁੰਦੇ ਨੇ ਕਿਤੇ। ਜੇ ਇਹਨੂੰ ਅੱਗੇ ਵੀ ਆਫਰ ਦੇ ਦਿੱਤਾ ਰੱਬ ਨੇ ਕਿ ਨਹੀਂ ਮੈਨੂੰ ਇੱਕ ਵਾਰੀ ਹੋਰ ਸੋਚ ਲੈਣ ਦੇ, ਕਿਉਂਕਿ ਆਸ ਜਿਹੜੀ ਹੈ ਇਹ ਤੇ ਖਤਮ ਹੀ ਨਹੀਂ ਹੁੰਦੀ ਮਨੁੱਖ ਦੀ। ਔਰ ਇਹਨੂੰ ਕਿੰਨਾ ਕੁ ਚਾਹੀਦਾ, ਕਿੰਨੀ ਤਕੜੀ ਆਸ ਹੈ, ਇਹ ਮਨੁੱਖ ਨੂੰ ਆਪਣੇ ਆਪ ਤੇ ਅੱਜ ਤਾਈਂ ਜ਼ਿੰਦਗੀ 'ਚ ਕਿਸੇ ਨੇ ਡਿਸਾਈਡ ਨਹੀਂ ਕੀਤਾ। ਹਾਲਾਂ ਮਨੁੱਖ ਪਤਾ ਦੇ ਕਰੇ ਵੀ ਮੈਨੂੰ ਏਡਾ ਵੱਡਾ ਘਰ ਚਾਹੀਦਾ ਹੈ ਰੱਬਾ, ਫੇਰ ਹੀ ਤੇ ਲਿਆ ਕੇ ਪ੍ਰਮਾਤਮਾ ਅੱਗੇ ਪਰਚਾ ਧਰੇ ਸਮਾਰ ਕੇ ਤਰੀਕੇ ਨਾਲ ਵੀ ਆਹ ਹੈ ਇਹੀ ਮੈਂ ਲੈਣਾ, ਬਸ ਇਹ ਪੂਰਾ ਕਰਦੇ, ਫਿਰ ਨਹੀਂ ਮੰਗਦਾ। ਪਰਮਾਤਮਾ ਨੂੰ ਵੀ ਆਈਡੀਆ ਲੱਗ ਜਾਏ ਵੀ ਠੀਕ ਹੈ ਵੀ ਇਹ ਇੰਨਾ ਕਹਿ ਦਾ ਕੰਮ ਆਪਾਂ ਪੂਰਾ ਕਰ ਦੇਣਾ। ਹੁਣ ਉਹ ਵੀ ਤਾਂ ਹੀ ਵੇਖ ਕੇ ਕਰਦਾ ਵੀ ਅੱਜ ਇਹਨੂੰ ਛੇਤੀ ਕਰਦੇ ਨੇ, ਕੱਲ੍ਹ ਨੂੰ ਫਿਰ ਨਵੀਂ ਪਰਚੀ ਦੀ ਤਿਆਰ ਹੈ, ਉਹ ਪਰਸੋਂ ਪੂਰੀ ਹੋ ਗਈ ਉਹਦੀ ਅਗਲੀ ਤਿਆਰ ਹੈ। ਪਰਮਾਤਮਾ ਨੂੰ ਵੀ ਤਾਂ ਪਤਾ ਹੈ। ਜੇ ਕਿਤੇ ਮਨੁੱਖ ਸੋਹਣੇ ਤਰੀਕੇ ਨਾਲ ਪਰਮਾਤਮਾ ਜੀ ਇੰਨਾ ਘਰ ਚਾਹੀਦਾ, ਆਹ ਕੁਛ ਚਾਹੀਦਾ, ਆਹ ਮੇਰਾ ਸਾਰਾ ਇਹੀ ਹੈ, ਇਹ ਤੁਹਾਡੇ ਸਾਹਮਣੇ ਪਿਆ। ਜਿਵੇਂ ਭਗਤ ਧੰਨਾ ਜੀ ਨੇ ਕਿਹਾ ਨਾ, ਉਹਨੇ ਡਿਸਾਈਡ ਕੀਤਾ ਪਰਮਾਤਮਾ ਮੈਨੂੰ ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ, ਸਾਰੀ ਲਿਸਟ ਰੱਖ ਦਿੱਤੀ ਵੀ ਇਹ ਚਾਹੀਦਾ ਹੈ, ਇਹ ਦੇ ਦੇ ਆਪਾਂ ਆਨੰਦ 'ਚ। ਹੁਣ ਮਨੁੱਖ ਕਿਤੇ ਉਹਨਾਂ ਜਿਵੇਂ ਹੀ ਡਿਸਾਈਡ ਕਰ ਲਿਓ, ਮੰਗਿਆ ਤੇ ਉਹਨਾਂ ਨੇ ਵੀ ਹੈ, ਪਰ ਘੱਟੋ ਘੱਟ ਉਹਨਾਂ ਆਪਣੀ ਗੁਰਬਾਣੀ ਦੇ ਵਿੱਚ ਲਿਸਟ ਹੈ ਪਦਾਰਥਾਂ ਦੀ, ਪਰ ਉਹ ਜਿਹੜੇ ਉਹਨਾਂ ਨੂੰ ਚਾਹੀਦੇ ਸੀ ਉਹਨਾਂ ਉਹ ਮੰਗ ਲਏ। ਸਾਨੂੰ ਜਿਹੜੇ ਚਾਹੀਦੇ ਨੇ ਅਸੀਂ ਆਪਾਂ ਵੀ ਤਿਆਰ ਕਰ ਲਈਏ, ਮਹਾਰਾਜ ਇਹ ਚਾਹੀਦੇ ਨੇ, ਉਹਨਾਂ ਵੀ ਮੰਗੇ ਨੇ ਔਰ ਉਹਨਾਂ ਨੂੰ ਦਿੱਤੇ ਵੀ ਨਹੀਂ ਪਰਮਾਤਮਾ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਆਸਾ ਹੈ ਇਹ ਆਦਮਖੋਰ ਹੈ, ਇਹ ਤਿੰਨਾਂ ਲੋਕਾਂ ਤੇ ਵੀ ਮਨੁੱਖ ਦੀ ਨਹੀਂ ਬੁੱਝਦੀ ਹੈ। ਬ੍ਰਹਮਾਦਿਕ ਜਿਨ ਜੀਤੇ ਸਾਰੇ, ਕਲ ਜੁਗ ਕੇ ਨਰ